ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਔਰ ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨਾ ਕੋਇ। ਮੈਂ ਤੁਝ ਬਿਨ ਅਵਰ ਨਾ ਪਾਵਈ। ਤੂੰ ਭਾਵਹਿ ਸੁਖ ਹੋਏ ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 61 ਔਰ 62 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚਾ ਭਾਵ ਬਖਸ਼ਿਸ਼ ਕੀਤਾ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਕਿ ਸੰਸਾਰਕ ਤਾਕਤਾਂ
ਜਾਂ ਸੰਸਾਰਿਕ ਲੋਭ ਲਾਲਚ ਤ੍ਰਿਸ਼ਨਾ, ਇਹ ਸਾਰੀਆਂ ਚੀਜ਼ਾਂ ਸਾਨੂੰ ਕਦੇ ਰੱਬ ਦੇ ਦਰ ਤੇ ਪ੍ਰਵਾਨ ਨਹੀਂ ਕਰ ਸਕਦੀਆਂ। ਰੱਬ ਦੇ ਦਰ ਤੇ ਪ੍ਰਵਾਨ ਹੋਣ ਲਈ ਤ੍ਰਿਸ਼ਨਾ ਨਹੀਂ ਚਾਹੀਦੀ। ਰੱਬ ਦੇ ਦਰ ਤੇ ਪ੍ਰਵਾਨ ਹੋਣ ਵਾਸਤੇ ਲੋਭ ਲਾਲਚ ਨਹੀਂ ਚਾਹੀਦਾ। ਰੱਬ ਦੇ ਦਰ ਤੇ ਪ੍ਰਵਾਨਗੀ ਦੇ ਵਾਸਤੇ ਵਿਕਾਰ ਨਹੀਂ ਚਾਹੀਦੇ। ਸਗੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਕਰਕੇ ਆਪਣੇ ਆਪ ਨੂੰ ਉਸ ਪ੍ਰਭੂ ਜੀ ਦੇ ਦਰ ਉੱਤੇ ਸਮਰਪਿਤ ਕਰ ਦੇਣਾ, ਆਪਣੇ ਆਪ ਨੂੰ ਉਸ ਪ੍ਰਭੂ ਦੇ ਦਰ ਉੱਤੇ ਰੱਖ ਦੇਣਾ, ਫਿਰ ਜਾ ਕੇ ਰੱਬ ਜੀ ਦੀ ਬਖਸ਼ਿਸ਼ ਮਿਲਦੀ। ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਇਸੇ ਬਾਤ ਦਾ ਪਹਿਲੋਂ ਪ੍ਰਗਟਾਵਾ ਕੀਤਾ। ਮੇਰੇ ਪ੍ਰੀਤਮਾ, ਹੇ ਮੇਰੇ ਪ੍ਰੀਤਮ ਜੀਓ, ਮੈਂ ਤੁਝ ਬਿਨ ਅਵਰ ਨਾ ਕੋਏ। ਮੇਰੇ ਕੋਲ ਤੇਰੇ ਤੋਂ ਬਿਨਾ ਕੋਈ ਨਹੀਂ ਹੈ। ਮੈਂ ਤੁਝ ਬਿਨ ਅਵਰ ਨਾ ਭਾਵਈ, ਤੇਰੇ ਤੋਂ ਬਿਨਾ ਮੇਰੇ ਕੋਲ ਹੈ ਵੀ ਕੋਈ ਨਹੀਂ, ਔਰ ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਭਾਉਂਦਾ ਵੀ ਨਹੀਂ ਹੈ, ਚੰਗਾ ਵੀ ਨਹੀਂ ਲੱਗਦਾ। ਤੇਰੇ ਤੋਂ ਬਿਨਾ ਮੇਰੇ ਕੋਲ ਕੋਈ ਹੋਵੇਗਾ ਤਾਂ ਜੇ ਕੋਈ ਭਾਵੇਗਾ, ਤੇ ਤੇਰੇ ਤੋਂ ਬਿਨਾ ਕੋਈ ਚੰਗਾ ਲੱਗੇਗਾ ਤੇ ਮੈਂ ਦੂਜੇ ਕੋਲ ਜਾਵਾਂਗਾ ਨਾ। ਨਾ ਤੇ ਰੱਬ ਜੀ ਤੇਰੇ ਵਰਗਾ ਦਰ ਕਿਸੇ ਦਾ, ਨਾ ਰੱਬ ਜੀ ਤੇਰੇ ਵਰਗਾ ਘਰ ਕਿਸੇ ਦਾ, ਨਾ ਹੀ ਹੈ ਅਕਾਲ ਪੁਰਖ ਪਰਮੇਸ਼ਵਰ ਜੀਓ ਤੇਰੇ ਵਰਗਾ ਕੋਈ ਮੈਨੂੰ ਚੰਗਾ ਕਿਵੇਂ ਲੱਗੇ। ਮੈਂ ਤੁਝ ਬਿਨ ਅਵਰ ਨਾ ਕੋਏ, ਤੇਰੇ ਤੋਂ ਬਿਨਾ ਕੋਈ ਨਹੀਂ ਹੈ। ਜਿਸ ਆਸਰੇ ਤੇ ਮੈਂ ਖੜੋਤਾ ਹੋਵਾਂ ਜਾਂ ਜਿਸ ਸਹਾਰੇ ਤੇ ਮੈਂ ਖੜੋਤਾ ਹੋਵਾਂ, ਜਿਹਨੂੰ ਆਪਾਂ ਨਿਤਾ ਪ੍ਰਤੀ ਸਾਹਿਬ ਜੀ ਦੇ ਪਾਵਨ ਬਚਨ ਜਦੋਂ ਪੜ੍ਹਦੇ ਆ ਨਾ ਤੇ ਮਾਲਕ ਜੀ ਜ਼ਿਕਰ ਕਰਦੇ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਮੈਂ ਤੁਝ ਬਿਨ ਅਵਰ ਨਾ ਕੋਏ। ਜਦੋਂ ਇੱਕ ਆਸਰਾ ਹੀ ਤੇਰਾ ਹੈ, ਇੱਕ ਭਰੋਸਾ ਤੇਰਾ ਹੈ, ਜਿਹਨੂੰ ਆਪਾਂ ਮਾਲਕ ਜੀ ਦੀ ਬਾਣੀ ਚ ਪੜ੍ਹਦੇ, ਤੇਰਾ ਭਰੋਸਾ ਹੈ ਪਿਆਰੇ ਮੈਂ ਲਾਡ ਲੜਾਇਆ, ਭੂਲੇ ਚੂਕੇ ਬਾਰਕ ਤੂੰ ਹਰ ਪਿਤਾ ਮਾਇਆ, ਮੈਂ ਤੁਝ ਬਿਨ ਅਵਰ ਨਾ ਕੋਈ। ਇਨਸਾਨ ਦੂਸਰੇ ਕੋਲ ਤੇ ਤਾਂ ਜਾਵੇ ਨਾ ਜੇ ਕੋਈ ਦੂਜਾ ਹੋਵੇ। ਰੱਬ ਜੀ ਤੇਰੇ ਤੋਂ ਬਿਨਾ ਦੂਜੀ ਤਾਕਤ ਨਹੀਂ ਹੈ ਕੋਈ, ਤੇਰੇ ਤੋਂ ਬਿਨਾ ਦੂਜਾ ਬਲ ਨਹੀਂ ਹੈ ਕੋਈ। ਜੋ ਬਲ ਹੈ, ਜੋ ਤਾਕਤ ਹੈ, ਉਹ ਸਾਰੀ ਤੇਰੀ ਹੈ। ਤੇਰੇ ਬਲ ਉੱਤੇ, ਤੇਰੇ ਭਰੋਸੇ ਦੇ ਉੱਤੇ ਮੈਂ ਖੜੋਤਾ ਆ, ਤੇਰੇ ਆਸਰੇ ਉੱਤੇ ਮੈਂ ਖੜੋਤਾ ਆ, ਤੇਰੇ ਸਹਾਰੇ ਦੇ ਸਦਕਾ ਮੈਂ ਸੰਸਾਰ ਉੱਤੇ ਜੀਵਨ ਜਿਹੜਾ ਇਹਨੂੰ ਬਤੀਤ ਕਰ ਰਿਹਾ, ਇਹਨੂੰ ਗੁਜ਼ਾਰ ਰਿਹਾ, ਕਿਉਂਕਿ ਮੇਰੇ ਕੋਲ ਦੂਜਾ ਆਸਰਾ, ਦੂਜੀ ਧਿਰ ਨਹੀਂ ਹੈ। ਜਿੱਥੇ ਦੂਜੇ ਆਸਰੇ, ਦੂਜੀ ਧਿਰ ਦੀ ਗੱਲ ਸਾਹਿਬ ਨੇ ਕੀਤੀ, ਉੱਥੇ ਨਾਲ ਇਹ ਜ਼ਿਕਰ ਕੀਤਾ ਕਿ ਰੱਬ ਜੀਓ ਮੈਨੂੰ ਤੇਰੇ ਤੋਂ ਬਿਨਾ ਦੂਜਾ ਕੋਈ ਭਾਉਂਦਾ ਹੀ ਨਹੀਂ ਹੈ। ਹੋ ਸਕਦਾ ਸੰਸਾਰ ਲਈ ਬਹੁਤ ਜਣੇ ਹੋਣ ਜਾਂ ਬੜੀਆਂ ਤਾਕਤਾਂ ਹੋਣ ਜਿਨ੍ਹਾਂ ਦੇ ਉੱਤੇ ਸੰਸਾਰ ਨੂੰ ਭਰੋਸਾ ਹੋਵੇ, ਦੁਨੀਆ ਨੂੰ ਭਰੋਸਾ ਹੋਵੇ,
ਜਾਂ ਤੇਰੇ ਤੋਂ ਬਿਨਾ ਉਹਨਾਂ ਦੀ ਕਿਸੇ ਉੱਤੇ ਆਸ ਹੋਵੇ, ਤੇਰੇ ਤੋਂ ਬਿਨਾ ਉਹਨਾਂ ਨੂੰ ਕੋਈ ਚੰਗਾ ਲੱਗਦਾ ਹੋਵੇ, ਹੋ ਸਕਦਾ ਹੈ। ਪਰ ਮੈਂ ਸੰਸਾਰ ਦੀ ਬਾਤ ਨਹੀਂ ਕਰ ਰਿਹਾ। ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਮੈਂ ਆਪਣੀ ਬਾਤ ਕਰ ਰਿਹਾ। ਮੈਨੂੰ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਪਾਉਂਦਾ। ਤੇਰੇ ਤੋਂ ਬਿਨਾ ਦੂਜਾ ਕੋਈ ਚੰਗਾ ਲੱਗਦਾ ਹੀ ਨਹੀਂ। ਜਦੋਂ ਵੀ ਭਰੋਸੇ ਦੀ ਬਾਤ ਆਉਂਦੀ ਹੈ, ਜਾਂ ਜਦੋਂ ਵੀ ਆਪ ਜੀ ਦੇ ਉੱਤੇ ਵਿਸ਼ਵਾਸ ਦੀ ਬਾਤ ਆਉਂਦੀ ਹੈ, ਤੇ ਅਕਾਲ ਪੁਰਖ ਪਰਮੇਸ਼ਵਰ ਜੀਓ, ਮੈਂ ਕੇਵਲ ਆਪ ਜੀ ਉੱਤੇ ਭਰੋਸਾ ਕਰਦਾ ਹਾਂ। ਸੰਸਾਰ ਦੇ ਕਿਸੇ ਨਾਤੇ, ਕਿਸੇ ਵੀ ਰਿਸ਼ਤੇ ਉੱਤੇ, ਜਾਂ ਕਿਸੇ ਵੀ ਸੰਸਾਰਕ ਤਾਕਤ ਦੇ ਉੱਤੇ ਮੈਨੂੰ ਕੋਈ ਭਰੋਸਾ ਨਹੀਂ ਹੈ, ਕੋਈ ਵਿਸ਼ਵਾਸ ਨਹੀਂ ਹੈ। ਇਹ ਤੇ ਸਾਰੇ ਉਹ ਨੇ ਜਿਹੜੇ ਆਪਣੀ ਲੋੜ ਮੁਤਾਬਕ ਤੇ ਆਪਣੀ ਜ਼ਰੂਰਤ ਦੇ ਅਨੁਸਾਰੀ ਮੇਰੇ ਨਾਲ ਜੁੜੇ ਹੋਏ ਨੇ। ਸੰਸਾਰ ਦੇ ਉੱਤੇ ਜਿੰਨੇ ਵੀ ਨੇ, ਇਹ ਸਾਰੇ ਦੇ ਸਾਰੇ ਆਪਣੀ ਲੋੜ ਤੇ ਆਪਣੀ ਜ਼ਰੂਰਤ ਕਰਕੇ ਮੇਰੇ ਨਾਲ ਜੁੜੇ ਨੇ। ਪਰ ਇੱਕ ਪਰਮੇਸ਼ਵਰ ਜੀਓ, ਤੁਸੀਂ ਹੋ ਜਿਹਦੇ ਨਾਲ ਮੈਂ ਆਪਣੇ ਭਲੇ ਕਰਕੇ ਜੁੜਿਆ। ਤੁਹਾਡਾ ਮੇਰੇ ਨਾਲ ਰਹਿਣ ਤੇ ਕੋਈ ਭਲਾ ਨਹੀਂ ਹੈ, ਮੇਰਾ ਭਲਾ ਹੈ ਤੁਹਾਡੇ ਨਾਲ ਰਹਿਣ ਉੱਤੇ। ਇਸ ਲਈ ਮੈਂ ਤੁਹਾਡੇ ਭਰੋਸੇ ਤੇ ਬੈਠਾ। ਸਤਿਗੁਰੂ ਜੀ ਨੇ ਇਸੇ ਕਰਕੇ ਜ਼ਿਕਰ ਕਰਦੇ ਆਖਿਆ ਨਾ, ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਹ ਮਾਲਕ ਬੈਠਾ, ਉਹ ਪ੍ਰਭੂ ਬੈਠਾ ਹੈ, ਔਰ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਢੰਗ ਦੇ ਨਾਲ ਹਰ ਜੀਵ ਦੇ ਜਿਉਣ ਦਾ ਕੋਈ ਨਾ ਕੋਈ ਜ਼ਰੀਆ ਬਣਾਇਆ ਹੈ, ਭਾਵੇਂ ਉਹ ਕਿਸੇ ਤਰ੍ਹਾਂ ਜਿਉਵੇਂ। ਜਦੋਂ ਰੱਬ ਜੀ ਕੁਦਰਤ ਬਣਾਉਂਦੇ ਨੇ, ਜਾਂ ਰੱਬ ਜੀ ਦੀ ਬਣਾਈ ਹੋਈ ਕੁਦਰਤ ਹੈ, ਉਹਨੇ ਕੁਦਰਤ ਦਾ ਨਿਯਮ ਹੀ ਇਸ ਢੰਗ ਦਾ ਬਣਾਇਆ ਕਿ ਹਰ ਮਨੁੱਖ, ਹਰ ਜੀਵ ਜਿਹੜਾ ਵੀ ਉਹਨੇ ਪੈਦਾ ਕੀਤਾ ਹੈ, ਉਹਦੇ ਜਿਉਣ ਦਾ ਪ੍ਰਬੰਧ, ਜਿਉਣ ਦਾ ਢੰਗ, ਉਹਦੇ ਜਿਉਣ ਦਾ ਜ਼ਰੀਆ, ਜਿਉਣ ਦਾ ਤਰੀਕਾ ਕੋਈ ਨਾ ਕੋਈ ਉਹਨੇ ਜ਼ਰੂਰ ਬਣਾਇਆ। ਉਹ ਪਰਮੇਸ਼ਵਰ ਦੀ ਬਖਸ਼ਿਸ਼ ਹੈ, ਉਹਦੀ ਰਹਿਮਤ ਹੈ। ਔਰ ਉਸੇ ਦੀ ਰਹਿਮਤ ਨੂੰ ਲੈ ਕਰਕੇ ਅੱਜ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ, ਮੇਰੇ ਪ੍ਰੀਤਮਾ ਜੀ, ਮੇਰੇ ਕੋਲ ਤੁਹਾਡੇ ਤੋਂ ਬਿਨਾ ਦੂਜਾ ਕੋਈ ਨਹੀਂ ਹੈ, ਔਰ ਨਾ ਹੀ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਭਾਉਂਦਾ ਹੈ। ਤੂੰ ਭਾਉਣਾ ਤੇ ਮੈਂ ਸੁਖੀ ਵਸਦਾ, ਤੂੰ ਭਾਵੇਂ ਸੁਖ ਹੋਏ ਫਿਰ ਸੁਖ ਹੈ। ਕੋਈ ਦੂਜਾ ਪਾਏਗਾ ਤੇ ਦੁੱਖ ਲੱਗੇਗਾ, ਕੋਈ ਦੂਜਾ ਚੰਗਾ ਲੱਗ ਗਿਆ ਤੇ ਤਕਲੀਫ ਹੋਏਗੀ। ਤੂੰ ਚੰਗਾ ਲੱਗਦਾ, ਮੈਨੂੰ ਸੁੱਖ ਮਿਲਦਾ ਹੈ, ਕਿਉਂਕਿ ਤੇਰੇ ਨਾਲ ਰਹਿਣ ਦੇ ਉੱਤੇ ਇੱਕ ਗੱਲ ਸਮਝ ਆਉਂਦੀ ਹੈ ਕਿ ਤੂੰ ਨਿਤਾ ਪ੍ਰਤੀ ਨਵਾਂ ਹੈ, ਤੂੰ ਕਦੇ ਪੁਰਾਣਾ ਨਹੀਂ। ਔਰ ਤੂੰ ਨਿਤਾ ਪ੍ਰਤੀ ਬਖਸ਼ਿਸ਼ਾਂ ਦਾ ਖਜ਼ਾਨਾ ਹੈ, ਤੇਰੇ ਖਜ਼ਾਨੇ 'ਚ ਕਮੀ ਨਹੀਂ। ਮਨੁੱਖ ਜਿੱਥੋਂ ਸੁੱਖ ਲੱਭ ਰਿਹਾ, ਤੂੰ ਨਿਤਾ ਪ੍ਰਤੀ ਰਹਿਮਤ ਵਰਤਾਉਣ ਵਾਲਾ ਹੈ। ਕੋਈ ਦਿਨ ਐਸਾ ਨਹੀਂ ਜਿੱਦਣ ਤੂੰ ਬਖਸ਼ਿਸ਼ ਨਾ ਕਰੇ। ਇਹਨਾਂ ਚੀਜ਼ਾਂ 'ਚੋਂ ਮਨੁੱਖ ਸੁੱਖ ਲੱਭਦਾ। ਮਨੁੱਖ ਸੁੱਖ ਕਿੱਥੋਂ ਮਾਣਦਾ? ਕਿਸੇ ਨਵੀਂ ਵਸਤੂ ਨੂੰ ਲੈ ਕੇ ਬੰਦਾ ਕਹਿੰਦਾ ਮੈਂ ਬੜਾ ਖੁਸ਼ ਹਾਂ। ਕਿਤੇ ਚੰਦ ਰੁਪਈਏ, ਚੰਦ ਟਕੇ ਮਿਲ ਜਾਣ, ਬੰਦਾ ਕਹਿੰਦਾ ਵੀ ਅੱਜ ਖਜ਼ਾਨਾ ਹੱਥੀਂ ਲੱਗ ਗਿਆ, ਬੰਦਾ ਫੇਰ ਖੁਸ਼। ਨਿਤਾ ਪ੍ਰਤੀ ਕੁਛ ਮਿਲਦਾ ਰਹੇ, ਨਿਤਾ ਪ੍ਰਤੀ ਕੋਈ ਨਵੀਂ ਬਖਸ਼ਿਸ਼ ਮਿਲਦੀ ਰਹੇ, ਬੰਦਾ ਫੇਰ ਖੁਸ਼। ਤੇ ਰੱਬ ਜੀ
ਜਿਹੜੀਆਂ ਚੀਜ਼ਾਂ ਚੋਂ ਮਨੁੱਖ ਸੁੱਖ ਲੱਭ ਰਿਹਾ ਨਾ, ਉਹ ਨਵੀਂ ਵਸਤੂ ਚੋਂ ਸੁੱਖ ਲੱਭਦਾ ਹੈ। ਰੱਬ ਜੀ ਤੂੰ ਰੋਜ਼ ਹੀ ਨਵਾਂ, ਤੂੰ ਕਦੇ ਪੁਰਾਣਾ ਹੋਇਆ ਹੀ ਨਹੀਂ। ਸੰਸਾਰੀ ਬੰਦਾ ਦੁਖੀ ਤਾਂ ਹੈ ਕਿਉਂਕਿ ਜਿਹੜੀ ਨਵੀਂ ਵਸਤੂ ਲੈ ਕੇ ਆਇਆ ਜਾਂ ਜਿਹੜੀ ਨਵੀਂ ਵਸਤੂ ਕਰਕੇ ਖੁਸ਼ ਹੈ, ਉਹਨੇ ਸਮਾਂ ਪਾ ਕੇ ਪੁਰਾਣੀ ਹੋ ਜਾਣਾ, ਬੰਦਾ ਦੁਖੀ ਹੋ ਜਾਂਦਾ ਹੈ। ਔਰ ਜਿਹੜੇ ਚੰਦ ਰੁਪਏ ਅੱਜ ਮਨੁੱਖ ਕੋਲ ਹਨ, ਉਹਨਾਂ ਕਰਕੇ ਖੁਸ਼ ਹੈ, ਕੱਲ ਨੂੰ ਚੰਦ ਟਕੇ ਖਤਮ ਹੋ ਜਾਣਗੇ, ਫਿਰ ਦੁਖੀ ਹੋ ਜਾਏਗਾ। ਅੱਜ ਇਹਨੂੰ ਕੁਛ ਨਾ ਕੁਛ ਨਿਤਾ ਪ੍ਰਤੀ ਮਿਲ ਹੀ ਜਾਂਦਾ ਹੈ, ਕੱਲ ਨੂੰ ਇਹਨੂੰ ਨਾ ਮਿਲੇਗਾ, ਇਹਨੇ ਫਿਰ ਦੁਖੀ ਹੋ ਜਾਣਾ। ਪਰ ਰੱਬ ਜੀ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਤੁਹਾਡੇ ਨਾਲ ਰਹਿ ਕੇ ਮਾਣਿਆ ਨਾ, ਫਿਰ ਮੈਨੂੰ ਪਤਾ ਲੱਗਾ ਸਾਹਿਬ ਮੇਰਾ ਨੀਤ ਨਵਾਂ, ਤੂੰ ਕਦੇ ਪੁਰਾਣਾ ਨਹੀਂ ਹੁੰਦਾ। ਮੈਂ ਤੇਰੇ ਨਾਲ ਜੁੜਾਂਗਾ, ਦੁਖੀ ਤੇ ਮੈਂ ਤਾਂ ਹੋਵਾਂਗਾ ਨਾ ਜੇ ਤੂੰ ਪੁਰਾਣਾ ਹੋਏਗਾ। ਮੈਂ ਤੇ ਰੋਜ਼ ਸੁਖੀ ਆ ਕਿਉਂਕਿ ਤੂੰ ਰੋਜ਼ ਨਵਾਂ ਹੈ। ਫਿਰ ਤੇਰੇ ਖਜ਼ਾਨੇ ਦੇਂਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਤੇਰੇ ਖਜ਼ਾਨੇ 'ਚ ਕਦੇ ਕਮੀ ਨਹੀਂ ਆਉਂਦੀ। ਤੇ ਰੱਬ ਜੀ ਜੇ ਤੇਰੇ ਖਜ਼ਾਨੇ 'ਚ ਕਮੀ ਨਹੀਂ ਹੈ, ਮੈਂ ਦੁਖੀ ਕਿਵੇਂ ਹੋ ਜਾਵਾਂਗਾ? ਤੇ ਤੇਰੀ ਬਖਸ਼ਿਸ਼ ਤੇ ਐਸੀ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਤੇ ਰੱਬ ਜੀ ਤੂੰ ਤੇ ਮੈਨੂੰ ਰੋਜ਼ ਰਹਿਮਤਾਂ ਵਰਤਾਏਂਗਾ, ਮੈਂ ਦੁਖੀ ਕਿਵੇਂ ਹੋ ਜਾਵਾਂਗਾ? ਇਸ ਲਈ ਮੈਨੂੰ ਤੇਰੇ ਤੋਂ ਬਿਨਾ ਕੋਈ ਭਾਉਂਦਾ ਹੀ ਨਹੀਂ ਹੈ, ਕਿਉਂਕਿ ਤੇਰੇ ਵਰਗਾ ਸੰਸਾਰ ਤੇ ਹੈ ਕੋਈ ਨਹੀਂ, ਤੇਰੇ ਵਰਗਾ ਦੁਨੀਆ ਤੇ ਹੈ ਕੋਈ ਨਹੀਂ। ਇੱਕ ਤਾਕਤ ਤੂੰ ਹੀ ਹੈ ਜਿਹੜੀ ਸਾਰੇ ਸਮਾਜ ਨੂੰ ਬਣਾਉਣ ਵਾਲੀ ਹੈ। ਇੱਕ ਤੂੰ ਹੀ ਤਾਕਤ ਹੈ ਜਿਹੜੀ ਸਾਰੇ ਦੇ ਸਾਰੇ ਸੰਸਾਰ ਦੀ ਘਾੜਤ ਘੜਨ ਵਾਲੀ ਹੈ। ਤੇ ਅਕਾਲ ਪੁਰਖ ਪਰਮੇਸ਼ਵਰ ਜੀਓ, ਇਸ ਕਰਕੇ ਮੈਨੂੰ ਤੁਹਾਡੇ ਤੋਂ ਬਿਨਾ ਦੂਜਾ ਕੋਈ ਭਾਉਂਦਾ ਨਹੀਂ। ਤੇ ਤੁਸੀਂ ਮੈਨੂੰ ਭਾਉਂਦੇ ਹੋ, ਮੈਨੂੰ ਆਪ ਜੀ ਚੰਗੇ ਲੱਗਦੇ ਹੋ, ਆਪ ਜੀ ਮੇਰੇ ਮਨ ਅੰਦਰ ਮੈਨੂੰ ਭਾਉਂਦੇ ਹੋ। ਤੇ ਜਦੋਂ ਭਾਉਂਦੇ ਹੋ ਨਾ, ਉਦੋਂ ਮੈਨੂੰ ਸੁੱਖ ਬਹੁਤ ਮਿਲਦਾ, ਮੇਰੇ ਹਿਰਦੇ ਨੂੰ ਉਦੋਂ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਤ੍ਰਿਸ਼ਨਾ ਮਾਇਆ ਮੋਹਣੀ, ਸੁਤ ਬੰਧਪ ਘਰ ਨਾਰ। ਧਨ ਜੋਬਨ ਜਗ ਠੱਗਿਆ, ਲਬ ਲੋਭ ਅਹੰਕਾਰ। ਮੋਹ ਠਗੋਲੀ ਹੋ ਮੋਈ, ਸਾ ਵਰਤੈ ਸੰਸਾਰ। ਤ੍ਰਿਸ਼ਨਾ ਮਾਇਆ ਮੋਹਣੀ, ਸੁਤ ਬੰਧਪ ਘਰ ਨਾਰ। ਇਹ ਸਾਰੀਆਂ ਸੰਸਾਰਕ ਵਸਤੂਆਂ, ਪੁੱਤਰ, ਰਿਸ਼ਤੇ, ਇਸਤਰੀ, ਇਹਨਾਂ ਦੇ ਨਾ ਮੋਹ ਵਿੱਚ ਫਸੇ ਹੋਏ ਜੀਵ ਨੂੰ ਮਾਇਆ ਰੂਪ ਮੋਹਣੀ ਲੱਗੀ ਹੋਈ। ਜਾਂ ਇਉਂ ਕਹਿ ਲਈਏ ਵੀ ਇਹ ਸਾਰੇ ਮਾਇਆ ਦਾ ਰੂਪ ਹੀ ਨੇ। ਇਹਨਾਂ ਕਰਕੇ ਬੰਦੇ ਨੂੰ ਤ੍ਰਿਸ਼ਨਾ ਵਿਆਪੀ ਹੋਈ ਹੈ। ਔਰ ਇਹਦੇ ਕਰਕੇ ਕੀ ਕਰ ਰਿਹਾ? ਧਨ ਜੋਬਨ ਜਗ ਠੱਗਿਆ, ਲਬ ਲੋਭ ਅਹੰਕਾਰ। ਲਬ ਵਿੱਚ ਫਸੇ ਹੋਏ ਨੂੰ, ਲੋਭ ਵਿੱਚ ਫਸੇ ਹੋਏ, ਗਰਸੇ ਹੋਏ ਨੂੰ, ਅਹੰਕਾਰ ਦੇ ਅੰਦਰ ਮਸਤ ਹੋਏ ਨੂੰ ਧਨ ਜੋਬਨ, ਧਨ ਨੇ ਤੇ ਜਵਾਨੀ ਨੇ ਸਾਰਾ ਜੱਗ ਠੱਗਿਆ ਪਿਆ। ਸਾਰੇ ਦਾ ਸਾਰਾ ਸੰਸਾਰ ਇੱਥੇ ਕੀ ਉਲਝਿਆ ਪਿਆ? ਸੰਸਾਰ ਉਲਝਿਆ ਪਿਆ ਰਸ ਸੋਏ ਨਾ ਰਸ ਰੂਪਾ ਕਾਮਣ। ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਇੱਥੇ ਕੀ ਫਸਿਆ ਪਿਆ? ਇਨਸਾਨ ਆਪਣੇ ਪੁੱਤਰ ਧੀਆਂ ਦੇ ਪ੍ਰੇਮ ਵਿੱਚ, ਆਪਣੇ ਪਰਿਵਾਰ ਦੇ ਪ੍ਰੇਮ ਵਿੱਚ ਮਸਤ ਹੋਇਆ ਬੈਠਾ, ਉਹਨਾਂ ਦੇ ਮੋਹ ਵਿੱਚ ਮਸਤ ਹੋਇਆ ਬੈਠਾ ਹੈ।
ਇਹਨੂੰ ਮਾਇਆ ਵਿਆਪੀ ਹੋਈ ਹੈ। ਮੋਹਣੀ ਰੂਪ ਅਸੀਂ ਮਾਇਆ ਹੀ ਕਹਿ ਸਕਦੇ ਹਾਂ। ਪੁੱਤਰ ਧੀਆਂ ਮਾਇਆ ਦਾ ਰੂਪ ਨੇ, ਇਹਦੇ 'ਚ ਕੋਈ ਅਤ ਕਥਨੀ ਨਹੀਂ। ਪਰਿਵਾਰ ਮਾਇਆ ਦਾ ਰੂਪ ਨੇ, ਪਰ ਉਦੋਂ ਜਦੋਂ ਰੱਬ ਤੋਂ ਤੋੜਨਗੇ, ਜਾਂ ਜਦੋਂ ਅਸੀਂ ਇਹਨਾਂ ਕਰਕੇ ਰੱਬ ਨਾਲੋਂ ਟੁੱਟਾਂਗੇ। ਸਤਿਗੁਰੂ ਜੀ ਨੇ ਨਾ ਜ਼ਿਕਰ ਕਰਦੇ ਆ ਇੱਕ ਬੜਾ ਪਿਆਰਾ ਬੋਲ ਆਖਿਆ ਕਿ ਇਨਸਾਨੀ ਬਿਰਤੀ ਜਿਹੜੀ ਨਾ ਉਹ ਐਸੀ ਬਣ ਚੁੱਕੀ ਹੈ ਕਿ ਇਹ ਬੌਰਾ ਨਾ ਦੀਨ ਵਿਸਾਰ ਕੇ ਬੈਠਾ ਹੋਇਆ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ। ਪੇਟ ਭਰੇ ਪਸ਼ੂਆ ਜਿਉ ਸੋਇਓ, ਮਾਨਸ ਜਨਮ ਹੈ ਹਾਰਿਓ। ਹਾਰ ਕੇ ਚੱਲਿਆ, ਕਿਉਂਕਿ ਪੇਟ ਭਰ ਲਿਆ ਤੇ ਸੌਂ ਗਿਆ। ਪਸ਼ੂ ਵਾਲੀ ਹਾਲਤ ਹੀ ਹੈ ਨਾ। ਤੇ ਜਿਹੜਾ ਸਾਰਾ ਦਿਨ ਪੇਟ ਭਰ ਕੇ ਸੁੱਤਾ ਰਹੇ ਉਹ ਜਿੱਤੇਗਾ ਕੀ? ਉੱਥੇ ਸੁਭਾਵਿਕ ਜੀ ਗੱਲ, ਜਿਵੇਂ ਆਪਾਂ ਸੌਖੇ ਜਿਹੇ ਰੂਪ 'ਚ ਕਹਿ ਲਈਏ ਕਿ ਇੱਕ ਵਿਦਿਆਰਥੀ ਪੇਪਰ ਦੇਣ ਜਾਵੇ ਹੀ ਨਾ ਤੇ ਪਾਸ ਹੋ ਜਾਏਗਾ, ਜਾਂ ਅਧਿਆਪਕ ਅਗਲੀ ਕਲਾਸ 'ਚ ਕਰ ਦੇਣਗੇ। ਨਿੱਕੇ ਹੁੰਦਿਆਂ ਤੇ ਕਹਿ ਸਕਦੇ ਹਾਂ ਵੀ ਪਹਿਲੀ ਦੂਜੀ 'ਚ ਅਸੀਂ ਤੇ ਅਧਿਆਪਕ ਕਹਿੰਦੇ ਕੋਈ ਗੱਲ ਨਹੀਂ ਭਾਈ ਅੱਗੇ ਕਰ ਦਿਓ। 10ਵੀਂ 'ਚੋਂ ਤੇ ਅੱਗੇ ਨਹੀਂ ਨਾ ਕਰਦੇ, ਨਾ 12ਵੀਂ 'ਚੋਂ ਅੱਗੇ ਕਰਨ, ਨਾ ਉਦੋਂ ਅਗਾਂਹ ਦੀ ਪੜ੍ਹਾਈ 'ਚੋਂ ਅੱਗੇ ਕਰਨ ਵੀ ਚੱਲ ਕੋਈ ਨਹੀਂ ਪੇਪਰ ਦਿੱਤੇ ਤੇ ਕੋਈ ਗੱਲ ਨਹੀਂ, ਦੇ ਦਿਓ ਸਰਟੀਫਿਕੇਟ। ਇਦਾਂ ਕਿੱਦਾਂ ਹੋ ਜਾਏਗਾ? ਚਾਹੇ ਪੇਪਰ ਸਾਨੂੰ ਸਾਰਾ ਆਉਂਦਾ ਹੋਵੇ, ਅਸੀਂ ਨਾ ਦਈਏ, ਅਗਲੇ ਫੇਲ ਹੀ ਲਿਖਣਗੇ। ਸਾਰਾ ਆਉਂਦਾ ਸਾਨੂੰ ਕੀ ਕਰੇਗਾ? ਤੇ ਹੁਣ ਜੇ ਅਸੀਂ ਮਨੁੱਖਾ ਜਨਮ ਵਿੱਚ ਪਸ਼ੂਆਂ ਵਾਂਗੂ ਪੇਟ ਭਰ ਭਰ ਕੇ ਸੁੱਤੇ ਰਹੀਏ ਤੇ ਕੱਲ ਨੂੰ ਕਹੀਏ ਜ਼ਿੰਦਗੀ ਦੀ ਬਾਜੀ ਤੇ ਸਾਡੀ ਹੋਈ ਹੈ, ਇਹ ਕਿਵੇਂ ਹੋ ਸਕਦਾ? ਬਾਜੀ ਤੇ ਹਾਰ ਗਏ ਨਾ, ਐਬਸੈਂਟ ਆ। ਜਦੋਂ ਐਬਸੈਂਟ ਹੋਵਾਂਗੇ, ਸੁਭਾਵਿਕ ਜਿਹੀ ਗੱਲ ਹੈ ਵੀ ਰਿਜ਼ਲਟ ਦੇ ਰਿਪੋਰਟ ਕਾਰਡ ਉੱਤੇ, ਰਿਜ਼ਲਟ ਦੀ ਮਾਰਕ ਸ਼ੀਟ ਉੱਤੇ ਜਦੋਂ ਮਾਰਕਸ ਲੱਗਣਗੇ, ਜਦੋਂ ਨੰਬਰ ਆਉਣਗੇ ਤੇ ਅਗਲੇ ਨਾਲ ਲਿਖ ਕੇ ਭੇਜਣਗੇ ਵੀ ਇਹ ਫੇਲ ਹੈ ਭਾਈ। ਤੇ ਜੇ ਪੇਟ ਭਰ ਕੇ ਪਸ਼ੂਆਂ ਵਾਂਗੂ ਸੁੱਤੇ ਰਹੇ ਤੇ ਰੱਬ ਜੀ ਵੱਲੋਂ ਕੀ ਲਿਖਿਆ ਜਾਏਗਾ? ਫੇਲ ਹੈ ਭਾਈ, ਇਹ ਪਾਸ ਨਹੀਂ। ਸਤਿਗੁਰੂ ਜੀ ਨੇ ਇਸੇ ਪੱਖ ਨੂੰ ਨਾ, ਕਿਉਂਕਿ ਜਦੋਂ ਸੰਸਾਰਕ ਮੋਹ, ਸੰਸਾਰਕ ਵਸਤੂਆਂ ਪ੍ਰਤੀ ਖਿੱਚ ਇਨਸਾਨ ਦੀ, ਇਹਨਾਂ ਚੀਜ਼ਾਂ ਦਾ ਜ਼ਿਕਰ ਆਉਂਦਾ ਨਾ, ਤੇ ਇਨਸਾਨ ਇਹਨਾਂ ਸਾਰੀਆਂ ਵਸਤੂਆਂ ਪਦਾਰਥਾਂ 'ਚ ਗਰਸਿਆ ਪਿਆ। ਪੁੱਤਰਾਂ ਧੀਆਂ ਦੇ ਪਿਆਰ 'ਚ ਗਰਸਿਆ ਪਿਆ, ਪਰਿਵਾਰ ਦੇ ਪਿਆਰ 'ਚ ਗਰਸਿਆ ਪਿਆ, ਇਸਤਰੀ ਪਤੀ ਦੇ ਪਿਆਰ 'ਚ ਗਰਸੀ ਪਈ ਹੈ, ਤੇ ਪਤੀ ਜਿਹੜਾ ਉਹ ਇਸਤਰੀ ਦੇ ਪ੍ਰੇਮ 'ਚ ਗਰਸਿਆ, ਉਹਨਾਂ ਦੇ ਮੋਹ ਦੇ ਵਿੱਚ ਹੀ ਫਸਿਆ ਪਿਆ। ਉਦੋਂ ਅਗਾਂਹ ਕਦੇ ਇਨਸਾਨ ਨੇ ਸੋਚਿਆ ਹੀ ਨਹੀਂ ਵੀ ਪਰਿਵਾਰ ਤੋਂ ਉੱਪਰ ਉੱਠ ਕੇ ਮੈਂ ਆਪਣੇ ਲਈ ਵੀ ਜਿਉਣਾ ਸੀ। ਉੱਥੇ ਤੱਕ ਪਹੁੰਚ ਹੀ ਨਹੀਂ ਸਕਿਆ, ਸੋਚ ਹੀ ਨਹੀਂ ਪਹੁੰਚੀ ਉੱਥੇ ਤੱਕ। ਬਸ ਇੰਨੀ ਕੁ ਸੋਚ ਹੈ ਵੀ ਮੈਂ ਖੱਟ ਲਾਂ, ਮੈਂ ਕਮਾ ਲਾਂ, ਆਪਣੇ ਟੱਬਰ ਨੂੰ ਦੇ ਲਾਂ। ਮੈਂ ਖੱਟ ਲਾਂ, ਮੈਂ ਕਮਾ ਲਾਂ, ਆਪਣੇ ਪਰਿਵਾਰ ਨੂੰ ਖਵਾ ਲਾਂ। ਆਹੀ ਕੁਝ ਹੈ। ਔਰ ਸਾਰੀ ਜ਼ਿੰਦਗੀ ਸਾਹਿਬ ਕਹਿੰਦੇ ਤ੍ਰਿਸ਼ਨਾ ਮਾਇਆ ਮੋਹਣੀ, ਮਾਇਆ ਰੂਪੀ ਮੋਹਣੀ ਇਸ ਤਰੀਕੇ ਨਾਲ ਲੱਗੀ ਹੋਈ, ਮਾਇਆ ਤ੍ਰਿਸ਼ਨਾ ਰੂਪ ਬਣ ਕੇ ਲੱਗੀ ਹੋਈ ਹੈ ਕਿ ਸੁੱਤ ਬੰਧਪ ਘਰ ਨਾਰ। ਇਦੋਂ ਅਗਾਂਹ ਇਨਸਾਨ ਸੋਚ ਹੀ ਨਹੀਂ ਸਕਿਆ, ਘਰ ਤੋਂ ਬਾਹਰ ਸੋਚ ਹੀ ਨਹੀਂ ਸਕਿਆ। ਕੋਈ ਵਸਤੂ ਵੇਖਦਾ ਹੈ, ਕਿਸੇ ਪਦਾਰਥ ਨੂੰ ਵੇਖਦਾ, ਪਹਿਲੋਂ ਇਨਸਾਨ ਦੀ ਸੋਚ ਕੀ ਕਹਿੰਦੀ? ਮੇਰੇ ਘਰ 'ਚ ਵੀ ਇਹੋ ਜਿਹੀ ਹੋਣੀ ਚਾਹੀਦੀ ਹੈ। ਕਿੱਥੇ ਤੱਕ ਰਿਹਾ? ਘਰ ਤੱਕ। ਕਿਸੇ ਦਾ ਚੰਗਾ ਘਰ ਵੀ ਵੇਖ ਲਿਆ ਨਾ, ਬਾਹਰੋਂ ਬਣਿਆ ਹੋਇਆ ਸੋਹਣਾ,
ਵੇਖ ਲਿਆ ਤੇ ਸਭ ਤੋਂ ਪਹਿਲਾਂ ਕੀ ਸੋਚਦਾ ਹੈ? ਇਹ ਨਹੀਂ ਕਹਿੰਦਾ ਵੀ ਘਰ ਬੜਾ ਵਧੀਆ, ਇਹ ਨਹੀਂ ਕਹਿੰਦਾ ਵੀ ਇਹਦਾ ਘਰ ਬਹੁਤ ਸੁੰਦਰ ਬਣਿਆ, ਸਭ ਤੋਂ ਪਹਿਲਾਂ ਮੈਂ ਵੀ ਇਦਾਂ ਦਾ ਹੀ ਬਣਾਉਣਾ। ਆਪਣੇ ਘਰ ਤੱਕ ਆ ਗਿਆ। ਜੇ ਕਿਸੇ ਦੇ ਘਰ 'ਚ ਕੋਈ ਵਸਤੂ ਪਦਾਰਥ ਚੰਗਾ ਵੇਖ ਲਏ ਤੇ ਫਿਰ ਉਹਨੂੰ ਵੇਖ ਕੇ ਇਹ ਤੇ ਮਨ ਹੀ ਮਨ ਸੋਚਦਾ ਵੀ ਬੜਾ ਸੋਹਣਾ, ਬੜਾ ਭਲਾ, ਤੇ ਨਾਲ ਹੀ ਖਿਆਲਾਤ ਆਪਣੇ ਘਰੇ ਆਪਾਂ ਵੀ ਇਦਾਂ ਦਾ ਹੀ ਬਣਾਉਣਾ ਹੈ। ਆਪਾਂ ਵੀ ਘਰ 'ਚ ਆਹੀ ਵਸਤੂ ਰੱਖਣੀ। ਆਪਣੇ ਘਰ ਤੱਕ ਸੀਮਤ ਹੈ। ਫਿਰ ਔਲਾਦ ਦੀ ਗੱਲ ਆ ਜਾਂਦੀ, ਪਰਿਵਾਰ ਦੀ ਗੱਲ ਆ ਜਾਂਦੀ। ਕਿਸੇ ਕੋਲ ਚੰਗਾ ਪਦਾਰਥ ਵੇਖ ਕੇ ਇਹ ਕਹਿੰਦਾ ਮੇਰੀ ਔਲਾਦ ਕੋਲ ਇਦਾਂ ਦਾ ਹੀ ਪਦਾਰਥ ਹੋਣਾ ਚਾਹੀਦਾ, ਜਾਂ ਮੇਰੇ ਪਰਿਵਾਰ ਕੋਲ ਇਦਾਂ ਦੀਆਂ ਵਸਤੂਆਂ ਹੋਣੀਆਂ ਚਾਹੀਦੀਆਂ ਨੇ। ਫਿਰ ਉੱਥੇ ਤੱਕ ਹੀ ਸੀਮਤ ਹੈ। ਤ੍ਰਿਸ਼ਨਾ ਵਿਆਪੀ ਜਾਂਦੀ ਹੈ। ਇਸੇ ਨੂੰ ਹੀ ਤ੍ਰਿਸ਼ਨਾ ਕਿਹਾ ਨਾ। ਹੋਰ ਤੋਂ ਹੋਰ ਹਾਸਲ ਕਰਨ ਦੀ ਲਾਲਸਾ ਤ੍ਰਿਸ਼ਨਾ। ਤ੍ਰਿਸ਼ਨਾ ਕੋਈ ਵੱਖਰੀ ਚੀਜ਼ ਥੋੜੀ ਹੈ। ਅਸੀਂ ਸਾਰੇ ਜੇ ਮੰਨ ਲਈਏ ਨਾ ਵੀ ਤ੍ਰਿਸ਼ਨਾ ਵਿੱਚ ਬੈਠੇ ਆ ਤੇ ਕੋਈ ਅੱਤ ਕਥਨੀ ਨਹੀਂ ਹੈ। ਹੋਰ ਤੋਂ ਹੋਰ ਲਾਲਸਾ ਤੇ ਸਾਡੀ ਵੀ ਹੈ। ਹਰ ਇਨਸਾਨ ਦੀ ਲਾਲਸਾ ਹੈ ਹੀ, ਅੱਜ ਆਹ ਵਸਤੂ ਪ੍ਰਾਪਤ ਹੋ ਗਈ, ਕੱਲ ਨੂੰ ਆਹ ਵਸਤੂ ਵੱਲ ਤੁਰ ਪਾਂਗੇ। ਹੋਰ ਤੋਂ ਹੋਰ, ਅਗਾਂਹ ਤੋਂ ਅਗਾਂਹ। ਇਹ ਤੇ ਹੈ ਨਹੀਂ ਵੀ ਇੱਕ ਵਸਤੂ ਪਦਾਰਥ ਮਿਲ ਗਿਆ ਤੇ ਮੈਂ ਸੈਟਿਸਫਾਈ ਹੋ ਗਿਆ, ਮੇਰੀ ਸੈਟਿਸਫੈਕਸ਼ਨ ਹੋ ਗਈ ਤੇ ਮੈਂ ਹੁਣ ਹੱਥ ਜੋੜ ਕੇ ਬਹਿ ਜਾ ਵੀ ਰੱਬ ਜੀ ਆਪਾਂ ਸੈਟਿਸਫਾਈ ਹਾਂ। ਹੈ ਇਦਾਂ? ਇੱਕ ਵਸਤੂ ਮਿਲਦੀ ਹੈ, ਦੂਜੀ ਦੀ ਡਿਮਾਂਡ ਅੱਗੇ ਰੱਖ ਲਈ ਦੀ ਵੀ ਹੁਣ ਇਦੂ ਗਾਂ ਇੱਧਰ ਨੂੰ ਤੁਰਨਾ ਆਪਾਂ। ਫਿਰ ਉਹ ਵਸਤੂ ਪ੍ਰਾਪਤ ਹੁੰਦੀ ਹੈ। ਇਹ ਨਹੀਂ ਵੀ ਉੱਥੇ ਜਾ ਕੇ ਬੰਦਾ ਸੈਟਿਸਫਾਈ ਹੋ ਗਿਆ, ਉਹ ਦੂਜੀ ਵਸਤੂ ਹੱਥਾਂ ਵਿੱਚ ਆਈ, ਦੂਜੀ ਵਸਤੂ ਘਰ 'ਚ ਲੈ ਕੇ ਆਇਆ, ਤੀਜੀ ਵੱਲ ਤੁਰ ਪਿਆ। ਜਿਹੜੀ ਕੋਲੇ ਆ ਗਈ ਵਸਤੂ, ਉਹਦੀ ਖੁਸ਼ੀ ਨਾਲੋਂ ਹੁਣ ਦੂਜੀ ਵਸਤੂ ਪ੍ਰਾਪਤ ਕਰਨ ਦੀ ਲਾਲਸਾ ਵੱਧ ਗਈ। ਫਿਰ ਉਹ ਲੈ ਆਉਂਦਾ ਹੈ। ਇਦਾਂ ਹੀ ਸਾਰੀ ਜ਼ਿੰਦਗੀ ਹੋਰ ਤੋਂ ਹੋਰ, ਅਗਾਂਹ ਤੋਂ ਅਗਾਂਹ ਹਾਸਲ ਕਰਨ ਦੀ ਲਾਲਸਾ, ਤ੍ਰਿਸ਼ਨਾ ਵਿੱਚ ਹੀ ਜ਼ਿੰਦਗੀ ਲੰਘ ਜਾਂਦੀ। ਤੇ ਧਨ ਜੋਬਨ ਜਗ ਠੱਗਿਆ। ਧਨ ਨੇ ਕੀ ਕੀਤਾ ਆ? ਸਾਰਾ ਜਗਤ। ਜੇ ਅੱਜ ਜਗਤ ਦੀ ਦੌੜ ਪੁੱਛੀਏ ਕਿਸ ਪਾਸੇ ਨੂੰ ਹੈ, ਕੋਈ ਬੰਦੇ ਨੂੰ ਪੁੱਛ ਲਓ, ਹਰ ਬੰਦਾ ਕਹੇਗਾ ਖੇਡ ਸਾਰੀ ਪੈਸੇ ਦੀ ਹੈ, ਮਾਇਆ ਦੀ ਖੇਡ ਹੈ। ਜੱਗ ਠੱਗਿਆ ਪਿਆ। ਬੰਦਾ ਆਪਣਾ ਘਰ ਛੱਡ ਕੇ ਬੇਘਰ ਕਿਉਂ ਹੋ ਰਿਹਾ? ਇਹ ਤੇ ਹੈ ਨਹੀਂ ਵੀ ਬੰਦਾ ਕਹਿੰਦਾ ਵੀ ਆਪਾਂ ਘਰ ਤੋਂ ਬੇਘਰ ਇਸ ਕਰਕੇ ਹੋਏ ਆ ਵੀ ਮੈਂ ਘਰ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ। ਕਿਉਂ ਹੋਇਆ ਘਰ ਤੋਂ ਬੇਘਰ? ਚੰਦ ਰੁਪਈਏ ਕਮਾ ਲਈਏ। ਆਪਣਾ ਦੇਸ਼ ਛੱਡ ਕੇ ਬਗਾਨੇ ਦੇਸ਼ ਕਿਉਂ ਜਾ ਰਿਹਾ? ਜੱਗ ਠੱਗਿਆ ਕਿੰਨੇ? ਧਨ ਨੇ। ਜਿੱਥੇ ਧਨ ਨੇ ਜੱਗ ਠੱਗਿਆ ਨਾ, ਉੱਥੇ ਜੋਬਨ ਨੇ ਵੀ ਜੱਗ ਠੱਗਿਆ ਹੋਇਆ, ਜਵਾਨੀ ਨੇ ਵੀ ਠੱਗਿਆ। ਬੁਢੇਪੇ ਤੋਂ ਬੰਦੇ ਨੂੰ ਬਹੁਤ ਡਰ ਲੱਗਦਾ। ਕੀ ਚਾਹੁੰਦਾ? ਬਸ ਜਵਾਨ ਹੀ ਰਵਾਂ। ਤੇ ਉਹ ਹੁਣ ਜਵਾਨੀ ਤੇ ਸਮੇਂ ਅਨੁਸਾਰ ਹੀ ਹੈ ਨਾ, ਉਮਰ ਅਨੁਸਾਰ ਹੈ। ਇੱਕ ਪੀਰੀਅਡ ਹੈ, ਟਾਈਮ ਪੀਰੀਅਡ। ਜਿਵੇਂ ਬਚਪਨ ਦਾ ਇੱਕ ਟਾਈਮ ਪੀਰੀਅਡ ਸੀ, ਉਸੇ ਤਰ੍ਹਾਂ ਜਵਾਨੀ ਦਾ ਇੱਕ ਟਾਈਮ ਪੀਰੀਅਡ ਹੈ, ਜਿਹਨੂੰ ਆਪਾਂ ਜਦੋਂ ਸਤਿਗੁਰੂ ਜੀ ਕੀ ਬਾਣੀ ਪੜ੍ਹਦੇ ਆ ਤੇ ਮਾਲਕ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਸਮਝਾਉਂਦੇ ਕਿ ਜਦੋਂ ਜਵਾਨੀ ਦੀ ਬਾਤ ਆਉਂਦੀ, ਸਤਿਗੁਰੂ ਕਹਿੰਦੇ 10 ਬਾਲਪਨ 20 ਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਗ ਖਿਸੈ 60 ਕੇ। ਇੱਥੇ ਕਾ ਕੇ ਬੰਦੇ ਨੂੰ ਮੰਨ ਲੈਣਾ ਚਾਹੀਦਾ ਵੀ ਹੁਣ ਮੈਂ ਬਜ਼ੁਰਗ ਹੋ ਗਿਆ। ਪਰ ਮੰਨਦਾ ਕੋਈ? ਕਿਸੇ ਨੂੰ ਕਹਿ ਕੇ ਵੇਖ ਲਓ ਬਜ਼ੁਰਗੋ ਕੀ ਹਾਲ ਚਾਲ ਜੇ, ਪੁੱਛ ਹਾਲ ਹੀ ਪੁੱਛ ਕੇ ਵੇਖ ਲਓ। ਨਹੀਂ, ਤਿਆਰ ਹੀ ਨਹੀਂ ਹੈ ਕੋਈ ਬਜ਼ੁਰਗ ਆਪਣੇ ਆਪ ਨੂੰ ਬਜ਼ੁਰਗ ਮੰਨਣ ਨੂੰ ਤਿਆਰ ਨਹੀਂ ਹੈ ਕੋਈ ਵੀ। ਮੈਂ ਬਜ਼ੁਰਗ ਹਾਂ,
ਕੋਈ ਮੈਨੂੰ ਬਜ਼ੁਰਗ ਕਹਿ ਨਾ ਦਏ, ਬੰਦਾ ਕੀ ਕੁਝ ਕਰਦਾ ਫਿਰਦਾ ਉਹਦੇ ਲਈ। ਜੋਬਨ ਨੇ ਜੱਗ ਠੱਗਿਆ ਹੀ ਹੋਇਆ। ਕਿਤੇ ਮੈਨੂੰ ਕੋਈ ਇਹ ਨਾ ਆਖ ਦੇ ਵੀ ਇਹ ਹੁਣ ਬੁੱਢਾ ਹੋ ਗਿਆ, ਇਹ ਬਜ਼ੁਰਗ ਹੋ ਗਿਆ, ਇਹ ਨਾ ਆਖ ਦੇ ਉਹਦੇ ਲਈ। ਪਰ ਉਮਰ ਜਦੋਂ, ਜੇ ਗੁਰੂ ਸਾਹਿਬ ਜੀ ਬਾਣੀ 'ਚ ਮੋਹਰ ਲਾ ਕੇ ਕਹਿ ਰਹੇ ਨਾ ਸੱਠੀ ਕੇ ਬੁੱਢੇ ਭਾਵ ਹੈ, ਤੇ ਜਦੋਂ ਇੰਨੀ ਕੁ ਉਮਰ ਹੋ ਜਾਂਦੀ ਪਤਾ ਲੱਗ ਜਾਂਦਾ ਵੀ ਹੁਣ ਵਾਕਈ ਬਜ਼ੁਰਗੀ ਵੱਲ ਵੱਧ ਚੁੱਕਾ ਹੈ। ਤੇ ਫਿਰ ਜਦੋਂ ਇੱਕ ਨਿਯਮ ਹੈ ਰੱਬ ਜੀ ਦਾ ਬਣਾਇਆ, ਅਸੀਂ ਬਚਪਨ ਆਉਣ ਤੇ ਕਦੇ ਇਹ ਨਹੀਂ ਸੀ ਸੋਚਿਆ ਵੀ ਬਚਪਨ ਕਿਉਂ ਆ ਗਿਆ। ਜਵਾਨੀ ਆਈ ਤੇ ਹਾਂ ਅਸੀਂ ਇਹ ਜ਼ਰੂਰ ਸੋਚਦੇ ਹਾਂ ਵੀ ਬਚਪਨ ਲੰਘਣਾ ਨਹੀਂ ਸੀ ਚਾਹੀਦਾ, ਪਰ ਕਦੇ ਇਹ ਕਿਹਾ ਵੀ ਜਵਾਨੀ ਕਿਉਂ ਆ ਗਈ। ਇਸ ਗੱਲ ਨੂੰ ਕਦੇ ਬਹਿ ਕੇ ਜਦੋਂ ਸੋਚੀਏ ਨਾ, ਬਚਪਨ ਵਿੱਚ ਅਸੀਂ ਬਚਪਨ ਨੂੰ ਮਾਣਿਆ, ਉਦੋਂ ਆਸ ਹੁੰਦੀ ਸੀ ਵੀ ਜਵਾਨ ਹੋਵਾਂਗੇ, ਪਰ ਕਦੇ ਇਹ ਨਹੀਂ ਸੀ ਹੋਇਆ ਵੀ ਬਚਪਨ ਕਿਉਂ ਆ ਗਿਆ। ਜਵਾਨੀ ਆਈ, ਬਚਪਨ ਚੇਤੇ ਜ਼ਰੂਰ ਆਇਆ, ਪੁਰਾਣੇ ਦਿਨ ਚੇਤੇ ਜ਼ਰੂਰ ਆਏ, ਆਪਣਾ ਪਾਸਟ ਗੁਜ਼ਰਿਆ ਸਮਾਂ ਅਸੀਂ ਚੇਤੇ ਕੀਤਾ ਵੀ ਬਚਪਨ ਸਾਡਾ ਇਦਾਂ ਦਾ ਹੁੰਦਾ ਸੀ, ਪਰ ਕਦੇ ਇਹ ਕਿਹਾ ਵੀ ਜਵਾਨੀ ਕਿਉਂ ਆ ਗਈ। ਤੇ ਬੁਢੇਪੇ 'ਚ ਜਾ ਕੇ ਅਸੀਂ ਇਹ ਕਿਉਂ ਸੋਚ ਲੈਂਦੇ ਵੀ ਬੁਢੇਪਾ ਕਿਉਂ ਆ ਗਿਆ। ਜੱਗ ਨੂੰ ਧਨ ਤੇ ਜੋਬਨ ਨੇ ਠੱਗਿਆ ਹੋਇਆ, ਇਹਦੇ 'ਚ ਕੋਈ ਝੂਠ ਨਹੀਂ ਹੈ। ਇਨਸਾਨ ਦੀ ਕੋਸ਼ਿਸ਼ ਇਹੋ ਲੱਗੀ ਹੋਈ ਵੀ ਬਸ ਮੈਂ ਜਵਾਨ ਰਵਾਂ, ਲੋਕ ਇਹ ਨਾ ਕਹਿ ਦੇਣ ਵੀ ਇਹ ਬਜ਼ੁਰਗ ਹੋ ਗਿਆ। ਸਾਰੀ ਕੋਸ਼ਿਸ਼ ਫਿਰ ਉਹਦੇ ਲਈ ਕਿੰਨਾ ਕੁਛ ਕਰਦਾ ਫਿਰਦਾ, ਕਦੇ ਕੁਝ ਕਰ, ਕਦੇ ਕੁਛ ਕਰ, ਕਦੇ ਡਾਕਟਰ ਕੋਲੋਂ ਦਵਾਈ ਲੈਣ ਤੁਰਿਆ ਜਾਂਦਾ ਹੈ, ਕਦੇ ਆਪਣੇ ਕੇਸਾਂ ਨੂੰ ਆਪੇ ਹੀ ਕਾਲਿਆਂ ਕਰੀ ਜਾਂਦਾ। ਵੀ ਏਦਾਂ ਜਵਾਨੀ ਰੁਕਦੀ ਹੈ। ਇੱਕ ਲੇਖਕ ਨੇ ਗੱਲ ਬੜੀ ਪਿਆਰੀ ਲਿਖੀ, ਉਹ ਕਹਿੰਦਾ ਵੀ ਮੈਂ ਦੁਨੀਆ ਤੇ ਵੇਖਿਆ ਵੀ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਉਂਦੀਆਂ ਤੇ ਜਾਂਦੀਆਂ ਨੇ। दुनिया मुकामे फानी देखी, जहां की हर चीज आनी जानी देखी। जो आकर ना जाए वो बुढ़ेपा देखा, जो जाकर ना आए वो जवानी देखी। बुढ़ेपा आ जाए ते जांदा नहीं, जवानी चली जाए ते कदे मुड़दी नहीं। ਇਹ ਅਟਲ ਸੱਚਾਈ ਹੈ, ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ। ਪਰ ਜਗਤ ਧਨ ਜੋਬਨ ਜਗ ਠੱਗਿਆ। ਫਿਰ ਲੱਭ ਲੋਭ ਅਹੰਕਾਰ। ਹੁਣ ਕੱਲਾ ਠੱਗਿਆ ਹੀ ਨਹੀਂ, ਇਹਦੇ ਕਰਕੇ ਬੰਦਾ ਲੋਭੀ ਬਹੁਤ ਹੋ ਜਾਂਦਾ। ਲੋਭੀ ਕਿਹਨੇ ਕੀਤਾ? ਧਨ ਨੇ। ਅਹੰਕਾਰੀ ਕਿਹਨੇ ਕੀਤਾ? ਧਨ ਤੇ ਜੋਬਨ ਨੇ, ਦੋਵਾਂ ਨਹੀਂ। ਜੋਬਨ ਵਿੱਚ ਟੇਢੀ ਪਾਗ, ਟੇਢੇ ਚਾਲ, ਲਾਗੇ ਵੀਰੇ ਖਾਨ, ਇਹ ਜੋਬਨ ਦੇ ਵਿੱਚ। ਇਸੇ ਕਰਕੇ ਤੇ ਸਤਿਗੁਰੂ ਜੀ ਕਹਿੰਦੇ ਨਾ, ਜੋਬਨ ਵਿੱਚ ਵੇਖ ਕੇ ਮਾਲਕ ਜੀ ਸਵਾਲ ਕਰਦੇ, ਚਲਤ ਕਤ ਟੇਢੇ ਟੇਢੇ, ਟੇਢੇ ਟੇਢੇ। ਕਦੇ ਆਪਣੇ ਵੱਲ ਝਾਤ ਮਾਰ ਕੇ ਵੇਖੀ, ਹੈ ਤੇ ਦੁਰਗੰਧ ਦਾ ਹੀ ਲਪੇਟਿਆ ਹੋਇਆ ਨਾ, ਭਾਵੇਂ ਜੋਬਨ ਹੀ ਹੈ। जेह सिर रच रच बांधत पाग, सो सिर चुंच सवारै काग। जोबन विच हंकार सी, हुण दस जोबन दे विच इन्नी क हंकार, इन्नी को आफर गया, अफारा हो गया ना। ਤੇ ਜਦੋਂ ਅਫਾਰਾ ਹੋਇਆ, ਹੁਣ ਉਹ ਤੁਰਨ ਵੀ ਨਹੀਂ ਦਿੰਦਾ। ਜੋਬਨ ਚ ਤੁਰਦਾ ਕਿਵੇਂ ਇਨਸਾਨ? ਤੇ ਜਿੱਦਾਂ ਜੋਬਨ ਚ ਤੁਰਦਾ, ਜਦੋਂ ਬੁਢੇਪਾ ਆਉਂਦਾ ਉਦੋਂ ਆਖੋ ਵੀ ਹੁਣ ਤੁਰ ਕੇ ਵਿਖਾ। ਜਿਵੇਂ ਅੱਜ ਤੋਂ 10 ਸਾਲ ਪਹਿਲਾਂ ਤੁਰਦਾ ਸੀ, ਹੁਣ ਤੁਰ ਕੇ ਵਿਖਾ, ਫਿਰ ਤੁਰ ਲੇਗਾ। ਮਤਲਬ ਚੱਲਣਾ ਵੀ ਇਹਦਾ ਹੰਕਾਰ ਦੇ ਵਿੱਚ ਹੀ ਹੈ। ਉਦੋਂ ਇਹਦਾ ਬੋਲਣਾ ਵੀ ਹੰਕਾਰ ਚ ਹੈ,
ਉਦੋਂ ਇਹਦਾ ਹਰ ਕੰਮ ਹੰਕਾਰ 'ਚ ਹੈ। ਤੇ ਉਹ ਜਦੋਂ ਜਵਾਨੀ ਢਲ ਗਈ, ਬੁਢੇਪਾ ਆ ਗਿਆ, ਉਦੋਂ ਬਾਅਦ 'ਚ ਉਹਨੂੰ ਆਖੋ ਹੁਣ ਵੀ ਹੁਣ ਬੋਲ ਕੇ ਵਿਖਾਓ, ਹੁਣ ਤੇ ਗਲ 'ਚੋਂ ਆਵਾਜ਼ ਨਹੀਂ ਨਿਕਲਦੀ। ਹੁਣ ਤੇ ਚੱਲਣਾ ਤੇ ਬੜਾ ਦੂਰ ਦੀ ਗੱਲ, ਹੁਣ ਤੇ ਉੱਠਣਾ ਮੁਸ਼ਕਲ ਹੋਇਆ ਪਿਆ, ਤੁਰਨਾ ਤੇ ਬੜੀ ਦੂਰ ਦੀ ਗੱਲ ਹੈ। ਲੱਭ ਲੋਭ ਅਹੰਕਾਰ ਦੇ ਵਿੱਚ ਇਨਸਾਨ ਧਨ ਤੇ ਜੋਬਨ ਨੇ ਠੱਗ ਲਿਆ। ਧਨ ਜੋਬਨ ਦਾ ਠੱਗਿਆ ਹੋਇਆ ਇਨਸਾਨ ਲੋਭੀ ਹੋ ਕੇ, ਹੰਕਾਰੀ ਹੋ ਕੇ ਤੁਰਿਆ ਫਿਰਦਾ। ਸਤਿਗੁਰੂ ਫਿਰ ਕਹਿੰਦੇ, ਮੋਹ ਠਗੌਲੀ ਹਉ ਮੁਈ ਮੋਹ ਦੀ ਠਗੌਲੀ ਨੇ ਕੀ ਕੀਤਾ? ਹਉ ਮੁਈ, ਹਰ ਬੰਦਾ ਇਹਦੇ ਨਾਲ ਮਰੀ ਜਾਂਦਾ ਹੈ। ਸਾ ਵਰਤੈ ਸੰਸਾਰ, ਸਾਰੇ ਸੰਸਾਰ 'ਚ ਇਹਦਾ ਜ਼ੋਰ ਚੱਲ ਰਿਹਾ। ਇਸੇ ਕਰਕੇ ਤੇ ਸਾਹਿਬ ਜੀ ਨੇ ਆਖਿਆ ਨਾ ਵੀ ਜਿਹੜੀ ਮਾਇਆ ਰੂਪੀ ਮੋਹਣੀ ਰੱਬ ਜੀ ਵੱਲੋਂ ਲਾਈ ਹੈ, ਠਗੌਲੀ ਹੈ, ਇੱਕ ਠੱਗ ਬੂਟੀ ਹੈ, ਤੇ ਸਾਰੇ ਸੰਸਾਰ 'ਚ ਵਰਤ ਰਹੀ। ਕਿਹੜਾ ਬੰਦਾ ਜਿਹੜਾ ਇਹਦੇ ਹੱਥੋਂ ਨਹੀਂ ਠੱਗਿਆ ਗਿਆ? ਬਸ ਇੱਕ ਹੀ ਹੈ। ਜਦੋਂ ਨਾ ਬਾਬਾ ਕਬੀਰ ਜੀ ਨੂੰ ਪੜ੍ਹਦੇ ਆ, ਉਹ ਜ਼ਿਕਰ ਕਰਦੇ ਆਖਦੇ, ਕਬੀਰ ਆਈ ਮੁਝਹਿ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਉਹਨੇ ਰੱਖ ਲਿਆ। ਬੜੇ ਤਰੀਕਿਆਂ ਨਾਲ ਆਈ ਸੀ ਮੇਰੇ ਤੇ ਵੀ, ਇਹਨੇ ਜ਼ੋਰ ਅਜ਼ਮਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੇ ਗੁਰੂ ਨੇ ਮੈਨੂੰ ਰੱਖ ਲਿਆ, ਕਿਉਂਕਿ ਮੈਂ ਉਹਦੇ ਅੱਗੇ ਨਮਸਕਾਰ ਕਰਤੀ ਵੀ ਰੱਬਾ ਹੁਣ ਤੂੰ ਹੀ ਸਤਿਗੁਰੂ, ਹੁਣ ਤੂੰ ਬਚਾਉਣ ਵਾਲਾ। ਕਹਿੰਦੇ ਮੈਂ ਜਗਤ ਵਿੱਚ ਵੇਖਿਆ ਕਿ ਇਹਨੇ ਨਾ ਸਾਰੇ ਦੇ ਸਾਰੇ ਜਗਤ ਨੂੰ ਲੁੱਟਿਆ ਹੋਇਆ, ਸਾਰਾ ਜਗਤ ਇਹਦੇ ਹੱਥੋਂ ਲੁੱਟਿਆ ਜਾ ਰਿਹਾ। ਪਰ ਨਾਲ ਬਾਬਾ ਕਬੀਰ ਜੀ ਜ਼ਿਕਰ ਕਰਦੇ ਆਖਦੇ, ਏਕ ਕਬੀਰਾ ਨਾਮ ਮੁਸੈ ਜਿਨ ਕੀਨੀ 12 ਬਾਟ। ਕਹਿੰਦੇ ਮੈਂ ਨਹੀਂ ਲੁੱਟਿਆ ਗਿਆ, ਕਿਉਂਕਿ ਆਪਾਂ ਇਹਦੇ ਹੀ ਟੋਟੇ ਕਰਦੇ, ਆਪਾਂ ਕਦੇ ਮੋਹ ਵਾਲੇ ਪਾਸੇ ਤੁਰੇ ਹੀ ਨਹੀਂ। ਇਸੇ ਕਰਕੇ ਤੇ ਬਾਬਾ ਕਬੀਰ ਜੀ ਕਹਿੰਦੇ ਨਾ ਕਿ ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਰੱਬ ਤੇ ਪਿਆਰੇ ਜਿਹੜੇ ਨੇ ਉਹ ਇਹਨੂੰ ਬੈਰਨ ਸਮਝਦੇ, ਤੇ ਤਿੰਨ ਲੋਕ ਇਹਨੂੰ ਪਿਆਰੀ ਸਮਝੇ। ਤੇ ਤਿੰਨ ਲੋਕ ਮਤਲਬ ਮਾਤ ਲੋਕ, ਪਾਤਾਲ ਲੋਕ ਤੇ ਆਕਾਸ਼ ਲੋਕ, ਉਹ ਇਹਨੂੰ ਪਿਆਰੀ ਸਮਝਦੇ ਨੇ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਇਹਨੂੰ ਵੈਰਨ ਸਮਝਦੇ, ਵੀ ਇਹਨੇ ਬਰਬਾਦ ਹੀ ਕਰਨਾ, ਸਾਨੂੰ ਆਬਾਦ ਨਹੀਂ ਕਰਨਾ। ਇਸੇ ਕਰਕੇ ਫਿਰ ਕਿਉਂਕਿ ਬਾਬਾ ਕਬੀਰ ਜੀ ਨੇ ਮਾਇਆ ਤੇ ਬਹੁਤ ਜ਼ਿਆਦਾ ਜ਼ਿਕਰ ਕੀਤਾ, ਫਿਰ ਉਹ ਆਖਦੇ, ਕਹਿੰਦੇ ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ। ਨੱਕ ਤੋਂ ਵੀ ਕੱਟਤੀ, ਕੰਨ ਤੋਂ ਵੀ ਕੱਟਤੀ, ਆਪਾਂ ਨਹੀਂ ਪਰਵਾਹ ਕਰਦੇ। ਹੁਣ ਇਸ ਗੱਲ ਦੀ ਚਿੰਤਾ ਨਹੀਂ ਹੈ ਵੀ ਨੱਕ ਲੋਕਾਂ 'ਚ ਕਿੱਦਾਂ ਦਾ ਹੈ, ਜਾਂ ਇਸ ਗੱਲ ਦੀ ਚਿੰਤਾ ਨਹੀਂ ਵੀ ਹੁਣ ਲੋਕ ਕੀ ਕਹਿਣਗੇ। ਬੰਦਾ ਇੱਥੇ ਕੀ ਫਸਿਆ ਰਹਿ ਜਾਂਦਾ, ਮੇਰਾ ਦੁਨੀਆ 'ਚ ਨੱਕ ਰਹਿ ਜੇ, ਲੋਕ ਕੀ ਕਹਿਣਗੇ। ਬਸ ਆਹੀ ਸੋਚ ਸਾਰੀ ਜ਼ਿੰਦਗੀ, ਜੇ 50 ਸਾਲ ਦਾ ਜੀਵਨ ਨਾ ਇੱਥੇ ਇਹੀ ਸੋਚਦੇ ਲੰਘਣਾ, ਲੋਕ ਕੀ ਕਹਿਣਗੇ। ਜੇ ਮੈਂ ਆਹ ਕੰਮ ਨਾ ਕੀਤਾ, ਮੇਰਾ ਤੇ ਨੱਕ ਵੱਢਿਆ ਜਾਣਾ। ਹੁਣ ਨੱਕ ਵੱਢਿਆ ਥੋੜੀ ਜਾਂਦਾ ਹੈ, ਨੱਕ ਵੱਢਿਆ ਜਾਣਾ ਮਤਲਬ ਇੱਜ਼ਤ, ਲੋਕਾਂ ਦੇ ਸਾਹਮਣੇ ਆਪਣਾ ਸਟੇਟਸ ਨੀਵਾਂ ਹੋ ਜਾਣਾ, ਵੀ ਜੇ ਮੈਂ ਆਹ ਕੰਮ ਕਰ ਲਿਆ ਤੇ ਮੇਰਾ ਤੇ ਸਟੇਟਸ ਨੀਵਾਂ ਹੋ ਜਾਏਗਾ। ਇੱਥੇ ਹੀ ਸੋਚੀ ਜਾਂਦਾ। ਪਰ ਕਦੇ ਇਹ ਸੋਚਿਆ ਵੀ ਮੈਂ ਲੋਕਾਂ ਦੀ ਪਰਵਾਹ ਇੰਨੀ ਕਰੀ ਜਾਣਾ, ਲੋਕਾਂ ਨੇ ਮੈਨੂੰ ਆ ਕੇ ਪੁੱਛਣਾ ਵੀ ਨਹੀਂ, ਤੇ ਫਿਰ ਲੋਕਾਂ ਦੀ ਪਰਵਾਹ ਕਾਦੀ। ਸੌਖੇ ਜਿਹੇ ਰੂਪ 'ਚ ਜੇ ਠੇਠ ਪੰਜਾਬੀ 'ਚ ਆਪਾਂ ਲਫ਼ਜ਼ ਵਰਤੀਏ ਨਾ, ਲੋਕਾਂ ਨੇ ਰੋਟੀ ਦੇਣ ਥੋੜੀ ਆ ਜਾਣਾ। ਜਿੰਨਾ ਕਰਕੇ ਅੱਜ ਤੂੰ ਇਹ ਸੋਚੀ ਜਾਣਾ ਲੋਕ ਕੀ ਕਹਿਣਗੇ, ਮੇਰਾ ਨੱਕ ਦੁਨੀਆ 'ਚ ਨਹੀਂ ਰਹਿ ਜਾਣਾ, ਜਿੰਨਾ ਕਰਕੇ ਸੋਚੀ ਜਾਣਾ। ਕਦੇ ਬਹਿ ਕੇ ਆਰਾਮ ਨਾਲ ਸੋਚੀ
ਵੀ ਉਹਨਾਂ ਨੇ ਤੈਨੂੰ ਭੋਜਨ ਦੇਣ ਆਉਣਾ? ਸੋਚੀ ਤੂੰ ਉਹਨਾਂ ਬਾਰੇ ਹੀ ਜਾਣਾ, ਆਪਣੇ ਬਾਰੇ ਕੀ ਸੋਚਿਆ? ਮੋਹ ਠਗੌਲੀ, ਮੋਹ ਰੂਪੀ ਠੱਗ ਬੂਟੀ ਦੇ ਕਰਕੇ ਹਉ ਮੁਈ, ਕਹਿੰਦੇ ਮੈਂ ਮਰ ਗਈ। ਸਾਵਰਤੈ ਸੰਸਾਰ, ਸਾਰੇ ਸੰਸਾਰ 'ਚ ਹੀ ਆਹੀ ਹਾਲਤ ਬਣੀ ਹੋਈ ਹੈ। ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ ਸੰਤੋ ਮਾਖਣ ਖਾਇਆ ਛਾਛ ਪੀਐ ਸੰਸਾਰ। ਰੱਬ ਦੇ ਪਿਆਰੇ ਲੈਂਦੇ ਨੇ ਆਨੰਦ ਕਾਹਦਾ? ਅਕਾਲ ਪੁਰਖ ਪਰਮੇਸ਼ਵਰ ਜੀ ਦੀ ਬੰਦਗੀ ਦਾ, ਤੇ ਦੁਨੀਆ ਲੱਸੀ ਪੀ ਪੀ ਖੁਸ਼ ਹੋਈ ਜਾਂਦੀ। ਛਾਛ ਮਤਲਬ ਲੱਸੀ, ਸੰਤੋ ਮਾਖਣ ਖਾਇਆ, ਰੱਬ ਦੇ ਪਿਆਰੇ ਮੱਖਣ ਖਾ ਰਹੇ, ਦੁਨੀਆ ਲੱਸੀ ਪੀ ਕੇ ਹੀ ਖੁਸ਼ ਹੋਈ ਜਾਂਦੀ। ਆਹੀ ਹਾਲਤ ਹੈ ਸਾਰੇ ਸੰਸਾਰ ਵਿੱਚ। ਉਹ ਵਰਤ ਰਹੀ ਹੈ ਨਾ, ਉਹਦੀ ਤਾਕਤ ਸਾਰੇ ਸੰਸਾਰ ਵਿੱਚ ਹੈ। ਇਹ ਨਹੀਂ, ਇਸੇ ਕਰਕੇ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਤਾਕਤ ਦੀ ਬਾਤ ਆਉਂਦੀ ਨਾ, ਉਹਦੇ ਤੋਂ ਬਾਅਦ ਵਿੱਚ ਜਦੋਂ ਦੂਜੀ ਤਾਕਤ ਮੰਨਿਆ ਜਾਂਦਾ ਤੇ ਉਹ ਸਿਰਫ ਮਾਇਆ। ਇੱਕ ਪਰਮੇਸ਼ਵਰ ਤੇ ਦੂਜੀ ਮਾਇਆ, ਅਸੀਮ ਤਾਕਤਾਂ ਨੇ ਇਹ। ਇਹਨਾਂ ਤਾਕਤਾਂ ਨੂੰ ਕਦੇ ਮਿਣਿਆ ਨਹੀਂ ਜਾ। ਮਾਇਆ ਦੀ ਤਾਕਤ ਅਸੀਂ ਕਦੇ ਮਿਣ ਨਹੀਂ ਸਕਦੇ। ਪਤਾ ਹੀ ਨਹੀਂ ਉਹਨੇ ਕਿਹੜੇ ਰੂਪ 'ਚ ਆ ਕੇ ਸਾਨੂੰ ਠੱਗ ਲੈਣਾ। ਬਸ ਇੰਨਾ ਜ਼ਰੂਰ ਹੈ ਵੀ ਠੱਗ ਉਹਨੇ ਲੈਣਾ ਹੀ ਹੈ ਜੇ ਅਸੀਂ ਆਪਣਾ ਆਪ ਬਚਾ ਕੇ ਨਾ ਰੱਖਿਆ। ਜੇ ਅਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਕਾਰ ਆਪਣੇ ਚੌਗਿਰਦੇ ਨਾ ਕੀਤੀ, ਫਿਰ ਇਹਨੇ ਕਿਸੇ ਨਾ ਕਿਸੇ ਤਰੀਕੇ ਆ ਕੇ ਠੱਗ ਹੀ ਲੈਣਾ। ਤੇ ਜੇ ਚੌਗਿਰਦੇ ਉਹਦੀ ਕਾਰ ਹੋ ਗਈ, ਮਤਲਬ ਅਸੀਂ ਉਹਦੀ ਛਾਂ ਹੇਠਾਂ ਆ ਗਏ, ਉਹਦੀ ਸ਼ਰਨ ਵਿੱਚ ਆ ਗਏ, ਫਿਰ ਇਹ ਪਾਸੇ ਰਹਿ ਜਾਂਦੀ ਹੈ। ਫਿਰ ਇਹ ਪਾਸੇ ਰਹਿ ਨਹੀਂ, ਇਹ ਆਪਣਾ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਪਾ ਲੈਂਦੀ ਹੈ। ਤੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਆਖ ਰਹੇ ਅੱਜ, ਕਹਿੰਦੇ ਮੋਹ ਠਗੌਲੀ ਦੇ ਕਰਕੇ ਇਨਸਾਨ ਖੁਦ ਮਰੀ ਜਾਂਦਾ ਤੇ ਸਾਰੇ ਦੇ ਸਾਰੇ ਸੰਸਾਰ ਵਿੱਚ ਇਹੋ ਤਾਕਤ ਵਰਤ ਰਹੀ ਹੈ। ਨਾਮ ਸਲਾਹੀ ਰੰਗ ਸਿਓ, ਗੁਰ ਕੇ ਸ਼ਬਦ ਸੰਤੋਖ। ਜੋ ਦਿਸੈ ਸੋ ਚਲਸੀ, ਕੂੜਾ ਮੋਹ ਨਾ ਵੇਖ। ਵਾਟ ਵਟਾਊ ਆਇਆ, ਨਿਤ ਚਲਦਾ ਸਾਥ ਦੇਖ। ਨਾਮ ਸਲਾਹੀ ਰੰਗ ਸਿਉ, ਰੰਗ ਕਹਿੰਦੇ ਪਿਆਰ ਨੂੰ। ਕਹਿੰਦੇ ਮੈਂ ਨਾਮ ਦੀ ਸ਼ਲਾਘਾ ਕਰਾਂ ਪਿਆਰ ਦੇ ਨਾਲ। ਤੇ ਗੁਰੂ ਕੇ ਸ਼ਬਦ ਸਦਕਾ ਕੀ ਮਿਲੇ? ਗੁਰ ਕੈ ਸ਼ਬਦ ਸੰਤੋਖ। ਪਹਿਲੋਂ ਕੀ ਸੀ? ਤ੍ਰਿਸ਼ਨਾ। ਤੇ ਤ੍ਰਿਸ਼ਨਾ ਨੂੰ ਖਤਮ ਕਿੱਦਾਂ ਕਰਨਾ? ਸੰਤੋਖ ਨਾਲ। ਤ੍ਰਿਸ਼ਨਾ ਸੀ ਮਾਇਆ ਨਾਲ ਆਈ, ਗੁਰੂ ਕੇ ਸ਼ਬਦ ਨਾਲ ਕੀ ਆਇਆ? ਸੰਤੋਖ। ਇਹੋ ਇਲਾਜ ਹੈ, ਇਹੋ ਤਰੀਕਾ ਆਪਣੇ ਆਪ ਨੂੰ ਬਚਾਉਣ ਦਾ, ਕਿ ਤ੍ਰਿਸ਼ਨਾ ਛੱਡ ਕੇ, ਮਾਇਆ ਛੱਡ ਕੇ ਗੁਰੂ ਕਾ ਸ਼ਬਦ ਪਕੜੀਏ। ਜਾਂ ਇਉਂ ਕਹਿ ਲਈਏ ਵੀ ਮਾਇਆ ਅੱਜ ਵਿਆਪ ਰਹੀ ਹੈ, ਅੱਜ ਮਾਇਆ ਨੇ ਆਪਣਾ ਪ੍ਰਭਾਵ ਪਾਇਆ। ਹੁਣ ਅਸੀਂ ਮਾਇਆ ਛੱਡਣ ਦੀ ਗੱਲ ਨਹੀਂ, ਬਸ ਗੁਰੂ ਕੇ ਸ਼ਬਦ ਨੂੰ ਪਕੜਨ ਦੀ ਗੱਲ ਕਰੀਏ। ਗੁਰੂ ਕਾ ਸ਼ਬਦ ਪਕੜ ਲਾਂਗੇ, ਮਾਇਆ ਖਹਿੜਾ ਛੱਡ ਦੇਗੀ। ਜਦੋਂ ਗੁਰੂ ਕੇ ਸ਼ਬਦ ਦਾ ਆਸਰਾ ਲਿਆ, ਗੁਰੂ ਕੇ ਸ਼ਬਦ ਦਾ ਸਹਾਰਾ ਲਿਆ, ਗੁਰੂ ਕੇ ਸ਼ਬਦ ਦੇ ਆਸਰੇ ਸਦਕਾ ਕੀ ਹੋਇਆ? ਸੰਤੋਖ ਆ ਗਿਆ। ਤੇ ਉਹ ਸੰਤੋਖ ਹਰ ਹਾਲਤ ਵਿੱਚ ਅਡੋਲ ਰੱਖਦਾ, ਕਦੇ ਡੋਲਣ ਨਹੀਂ ਦਿੰਦਾ। ਨਾਮ ਸਲਾਹੀ ਰੰਗ ਸਿਉ, ਗੁਰ ਕੈ ਸ਼ਬਦ ਸੰਤੋਖ। ਤੇ ਸਾਹਿਬ ਕਹਿੰਦੇ ਹੁਣ ਖਿਆਲ ਰੱਖ, ਜੋ ਦੀਸੈ ਸੋ ਚੱਲਸੀ। ਅਸਾਂ ਪੇ ਉੱਥੇ ਜਾਣਾ। ਜੋ ਦੀਸੈ ਸੋ ਚੱਲਸੀ, ਜੋ ਵੀ ਨਜ਼ਰੀ ਪੈ ਰਿਹਾ ਉਹ ਜਾਣ ਵਾਲਾ ਹੀ ਹੈ। ਕੂੜਾ ਮੋਹ ਨਾ ਵੇਖ। ਐਵੇਂ ਝੂਠੇ ਮੋਹ ਚ ਹੀ ਨਾ ਫਸਿਆ ਫਿਰ। ਐਵੇਂ ਜਿਨ੍ਹਾਂ ਦੇ ਉੱਤੇ ਤੂੰ ਭਰੋਸਾ ਜਾ ਕਰਕੇ ਬੈਠਾ ਨਾ, ਉਹ ਨਾ ਵੇਖ, ਕੂੜਾ ਮੋਹ ਨਾ ਵੇਖ। ਕਿਉਂਕਿ ਵਾਟ ਵਟਾਊ ਆਇਆ,
ਵਾਟ ਕਹਿੰਦੇ ਰਸਤੇ ਨੂੰ, ਵਟਾਊ ਕਹਿੰਦੇ ਰਾਹੀ ਨੂੰ। ਸਾਰੇ ਆਪਾਂ ਕੀ ਆ? ਵਾਟ ਵਟਾਊ ਹੀ ਆ, ਰਾਹੀ ਹੋਈ ਆ। ਰਾਹ ਤੇ ਤੁਰੇ ਜਾਂਦੇ ਆ, ਰਾਹੀ ਅਸੀਂ ਸਾਰੇ ਆ। ਨਿਤ ਚੱਲਦਾ ਸਾਥ ਵੇਖ, ਸਾਡੇ ਨਾਲ ਕਈ ਆਏ ਸਨ ਤੇ ਕਈ ਚਲੇ ਗਏ, ਉਹ ਤੇ ਲੰਘ ਗਏ। ਇਸੇ ਕਰਕੇ ਤੇ ਸਾਹਿਬ ਜੀ ਨੇ ਜ਼ਿਕਰ ਕਰ ਦਿਆ ਕਿ ਸੱਜਣ ਮੇਰੇ ਰੰਗੂ ਲੈ ਜਾਏ ਸੁੱਤੇ ਜੀ ਰਾਣ, ਹਮ ਵੀ ਵੰਝਾਂ ਡੂਮਣੀ ਰੋਵਾਂ ਝੀਣੀ ਬਾਣ। ਸਾਥੀ ਤੇ ਕਈ ਚਲੇ ਗਏ, ਆਪਣੇ ਨਾਲ ਦੇ ਜਿਨ੍ਹਾਂ ਨਾਲ ਅਸੀਂ ਖੁਦ ਕਹਿ ਸਕਦੇ ਹਾਂ ਨਾ ਵੀ ਅਸੀਂ ਦੋਸਤ ਮਿੱਤਰ ਰਹਿ ਕੇ ਜੀਵਨ ਗੁਜ਼ਾਰਿਆ, ਦੋਸਤ ਮਿੱਤਰ ਰਹਿ ਕੇ ਜਾਂ ਭੈਣ ਭਾਈ ਰੂਪ ਵਿੱਚ ਜੀਵਨ ਗੁਜ਼ਾਰਿਆ, ਉਹਨਾਂ ਵਾਲੀ ਝਾਤ ਮਾਰ ਕੇ ਵੇਖ ਲਓ। ਨਿਤ ਚੱਲਦਾ ਸਾਥ ਦੇਖ, ਚੱਲ ਹੀ ਰਿਹਾ ਨਾ। ਇਸੇ ਕਰਕੇ ਬਾਬਾ ਕਬੀਰ ਜੀ ਨੇ ਆਖਿਆ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਇਹ ਨਾ ਸੋਚੀ ਵੀ ਇਕੱਲਾ ਉਹਦੇ ਘਰ 'ਚ ਹੀ ਹੈ, ਕੱਲ ਤੇਰੇ ਘਰ 'ਚ ਵੀ ਆਉਣੀ। ਇਹ ਖਿਆਲ ਕਰ ਵੀ ਤੂੰ ਅੱਜ ਰੋਣ ਵਾਸਤੇ ਕਈਆਂ ਦੇ ਤੁਰਿਆ ਜਾਣਾ ਹੈ, ਤੇ ਇਹ ਸੋਚ ਕੇ ਨਾ ਜਾਈ ਵੀ ਬਸ ਮੈਂ ਹੀ ਜਾਣਾ, ਕੱਲ ਨੂੰ ਸੱਜਣਾ ਉਹਨਾਂ ਵੀ ਆਉਣਾ। ਜਿਨ੍ਹਾਂ ਨੂੰ ਤੂੰ ਰੋਣ ਚੱਲਿਆ ਨਾ, ਕੱਲ ਨੂੰ ਉਹਨਾਂ ਦੇ ਘਰੋਂ ਤੈਨੂੰ ਰੋਣ ਵਾਲੇ ਕਈ ਆਉਣਗੇ। ਤੂੰ ਇਕੱਲਾ ਥੋੜੀ ਤੁਰਿਆ ਜਾ ਵੀ, ਜਾਂ ਤੇ ਤੂੰ ਇਹ ਮੰਨ ਵੀ ਆਪਾਂ ਰੋਏ ਆਉਣਾ, ਆਪਾਂ ਨੂੰ ਕਿਸੇ ਨਹੀਂ ਰੋਣਾ, ਕੱਲ ਨੂੰ ਤੇਰੇ ਵੱਲ ਵੀ ਆਉਣਗੇ। ਅੱਜ ਤੂੰ ਦਾਗ ਦੇਣ ਤੁਰਿਆ ਜਾਂਦਾ, ਕੱਲ ਨੂੰ ਤੈਨੂੰ ਦਾਗ ਦੇਣ ਆ ਜਾਣਗੇ। ਸੱਚ ਤੇ ਇਹ ਹੀ ਹੈ ਨਾ। ਅੱਜ ਤੂੰ ਲਾਂਬੂ ਲਾਉਣ ਤੁਰਿਆ ਜਾਂਦਾ, ਕੱਲ ਨੂੰ ਤੈਨੂੰ ਲਾਉਣ ਆ ਜਾਣਗੇ। ਅੱਜ ਤੂੰ ਇੱਕ ਕਹਿ ਸਕਦੇ ਆ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਜਾ ਰਿਹਾ, ਤੇ ਕੱਲ ਨੂੰ ਤੇਰੇ ਟੱਬਰ ਨਾਲ ਵੀ ਤੇ ਕਰਨ ਆਉਣਗੇ ਹੀ ਨਾ। ਨਿਤ ਚੱਲਦਾ ਸਾਥ ਦੇਖ। ਕਿਹੜਾ ਦਿਨ ਹੈ ਜਿਸ ਦਿਨ ਅਸੀਂ ਇਹ ਕਹਿ ਸਕਦੇ ਹਾਂ, ਜਾਂ ਕਿਹੜਾ ਸਮਾਂ ਜਦੋਂ ਅਸੀਂ ਇਹ ਕਹਿ ਸਕਦੇ ਵੀ ਸਾਡਾ ਸਾਥੀ ਨਹੀਂ ਕੋਈ ਗਿਆ ਤੇ ਨਾ ਹੀ ਸਾਡੇ ਕਿਸੇ ਸਾਥੀ ਨੇ ਜਾਣਾ। ਕਿ ਉਮਰ ਦਾ ਤੇ ਤਕਾਜ਼ਾ ਨਹੀਂ ਹੈ ਨਾ। ਕਿਤੇ ਝਾਤ ਮਾਰ ਕੇ ਵੇਖੋ, ਇਹਨਾਂ ਅੱਖਾਂ ਨਾਲ ਕਿੰਨੇ ਤੁਰੇ ਜਾਂਦੇ ਵੇਖ ਲਏ। ਬਾਬਾ ਫਰੀਦ ਜੀ ਨੇ ਇਸੇ ਕਰਕੇ ਸਵਾਲ ਰੂਪ ਵਜੋਂ ਸਾਡੇ ਸਾਹਮਣੇ ਬਚਨ ਰੱਖਤੇ, ਕਹਿੰਦੇ ਬਾਕੀ ਛੱਡ, ਆਪਣੇ ਸਾਥੀ ਵੀ ਛੱਡ, ਮੈਂ ਤੈਨੂੰ ਸਵਾਲ ਕਰਦਾ, ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣਿਓ ਹੈ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣੇ ਉਹ ਆਪਣੇ ਹੱਥੀਂ ਅੱਗ ਲਾ ਕੇ ਆਇਆ। ਸੱਚ ਹੈ, ਇਹਦੇ ਚ ਝੂਠ ਨਹੀਂ ਹੈ। ਤੇਰੇ ਮਾਪੇ ਤੇਰੇ ਕੋਲੋਂ ਗਏ ਨੇ ਔਰ ਤੂੰ ਆਪਣੇ ਹੱਥੀਂ ਲਾਂਬੂ ਲਾ ਕੇ ਆਇਆ, ਪਰ ਤੈਨੂੰ ਅਜੇ ਵੀ ਭਰੋਸਾ ਨਹੀਂ ਬੱਝਾ ਵੀ ਮੈਂ ਵੀ ਜਾਣਾ। ਜੇ ਤੂੰ ਆਪਣੇ ਮਾਪਿਆਂ ਨੂੰ ਲਾਂਬੂ ਲਾ ਕੇ ਆਇਆ ਤੇ ਸੱਜਣਾ ਖਿਆਲ ਰੱਖੀ, ਕੱਲ ਨੂੰ ਤੈਨੂੰ ਲਾਂਬੂ ਲਾਉਣ ਵਾਲੇ ਤੂੰ ਹੀ ਜਣੇ ਨੇ, ਕਿਸੇ ਹੋਰ ਨੇ ਥੋੜੀ ਜਣੇ। ਜਿਨ੍ਹਾਂ ਨੇ ਤੈਨੂੰ ਜਣਿਆ ਤੂੰ ਉਹਨਾਂ ਨੂੰ ਲਾਂਬੂ ਲਾ ਕੇ ਆਇਆ, ਜਿਨ੍ਹਾਂ ਨੂੰ ਤੂੰ ਜਣਿਆ ਉਹਨਾਂ ਨੇ ਤੈਨੂੰ ਲਾਂਬੂ ਲਾ ਦੇਣਾ। ਸੰਸਾਰ ਦੀ ਖੇਡ ਹੈ, ਚੱਲ ਰਹੀ ਹੈ। ਸਾਹਿਬ ਜੀ ਆਖਦੇ ਵਾਟ ਵਟਾਊ ਆਇਆ, ਰਸਤੇ ਤੇ ਰਾਹੀ ਆਇਆ, ਨਿਤ ਚੱਲਦਾ। ਆਪਾਂ ਸਾਰੇ ਸਾਥੀ ਹੋਈ ਆ, ਸਾਰੇ ਰਸਤੇ ਦੇ ਪਾਂਧੀ ਆ। ਸੰਸਾਰ ਦੇ ਉੱਤੇ ਆ ਕੇ ਆਪਾਂ ਸਾਰੇ ਸਾਥੀ ਰੂਪ ਬਣ ਕੇ, ਪਾਂਧੀ ਬਣ ਕੇ ਰਾਹ ਦੇ ਉੱਤੇ ਤੁਰੇ ਜਾਂਦੇ ਆ। ਸੰਸਾਰ ਦੇ ਵਿੱਚ ਵਿਚਰਦੇ ਹੋਇਆਂ ਤੁਰ ਰਹੇ, ਅਸੀਂ ਜੀਵਨ ਰੂਪੀ ਰਸਤੇ ਤੇ, ਪੱਥ ਤੇ ਤੁਰ ਰਹੇ ਆ, ਪੰਥ ਤੇ ਤੁਰ ਰਹੇ। ਤੇ ਸਾਡੇ ਵਿੱਚੋਂ ਕਈ ਸਾਡੇ ਨਾਲ ਤੁਰਨ ਵਾਲੇ ਚਲੇ ਗਏ, ਕਈ ਚਲੇ ਗਏ। ਜੇ ਅਸੀਂ ਆਪਣੇ ਆਸ-ਪਾਸ ਆਪਣੇ ਚੌਗਿਰਦੇ ਵਿੱਚ ਹੀ ਝਾਤ ਮਾਰਾਂਗੇ ਨਾ, ਤੇ ਨਜ਼ਰ ਹੀ ਪਏਗਾ ਵੀ ਸਾਡੇ ਨਾਲ ਕਈ ਬਹਿੰਦੇ ਸਨ, ਕਈ ਬਹਿੰਦੇ ਉੱਠਦੇ ਸਨ, ਉਹ ਚਲੇ ਗਏ।
ਸਾਥ ਹੀ ਛੁੱਟਿਆ ਨਾ, ਸਾਥ ਹੀ ਗਿਆ। ਤੇ ਮਾਲਕ ਜੀ ਕਹਿੰਦੇ ਇਸ ਲਈ ਖਿਆਲ ਰੱਖ, ਜੋ ਦੀਸੈ ਸੋ ਚੱਲ ਸੀ, ਕੂੜਾ ਮੋਹ ਨਾ ਵੇਖ। ਬਾਬਾ ਕਬੀਰ ਜੀ ਦਾ ਨਾ ਬੜਾ ਪਿਆਰਾ ਬੋਲ ਹੈ। ਉੱਥੇ ਬਾਬਾ ਜੀ ਆਖਦੇ, ਕਹਿੰਦੇ ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਟ ਛਟਕਾਏ ਤਿਰਿਆ ਰੋਵੈ, ਹੰਸ ਅਕੇਲਾ ਜਾਈ। ਇੱਥੇ ਸਾਥੀ ਬਹੁਤ ਨੇ ਪਰ ਉੱਥੇ ਕੋਈ ਨਹੀਂ। ਇੱਥੇ ਜਿਨ੍ਹਾਂ ਨੂੰ ਸਾਥੀ ਮੰਨਦਾ ਰਿਹਾ ਉੱਥੇ ਉਹਨਾਂ ਨਹੀਂ ਛੱਡਣ ਜਾਣਾ, ਅਗਲੇ ਲਾਂਬੂ ਲਾਉਣ ਤੱਕ ਸੀਮਤ ਨੇ। ਅਗਲੇ ਲਾਂਬੂ ਲਾਉਣ ਤੱਕ ਸੀਮਤ ਨੇ, ਉਦੋਂ ਅਗਾਂਹ ਤੇ ਕਿਸੇ ਨੇ ਵੀ ਨਹੀਂ ਜਾਣਾ। ਐਵੇਂ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਦੁਨੀ ਚੰਦ ਨੂੰ ਆਖਿਆ ਵੀ ਦੁਨੀ ਚੰਦ 3 ਮਿੱਤਰ ਨੇ, ਇੱਕ ਉਹਨਾਂ ਚਿਰ ਜਿੰਨਾ ਚਿਰ ਤੇਰੇ ਸਾਹ ਚੱਲਦੇ, ਦੂਜੇ ਉਹਨਾਂ ਚਿਰ ਜਿੰਨਾ ਚਿਰ ਤੂੰ ਨਜ਼ਰੀ ਪੈਣਾ, ਤੇ ਤੀਜਾ ਉਹ ਜਿਹੜੇ ਤੇਰੇ ਨਾਲ ਜਾਣ ਵਾਲੇ ਨੇ। ਪਹਿਲੀ ਮਾਇਆ, ਜਿੰਨਾ ਚਿਰ ਸਾਹ ਚੱਲਦੇ ਉਹਨਾਂ ਚਿਰ ਆਪਣੀ, ਪਰ ਅੱਜ ਇਹ ਵੀ ਨਹੀਂ ਕਹਿ ਸਕਦੇ ਵੀ ਜਿੰਨਾ ਚਿਰ ਸਾਹ ਚੱਲਦੇ ਉਹਨਾਂ ਚਿਰ ਆਪਣੀ। ਕਿਤੇ ਬਜ਼ੁਰਗਾਂ ਨੂੰ ਸਾਹ 2 ਘੜੀਆਂ ਔਖਾ ਆਉਣ ਲੱਗ ਜੇ ਨਾ, ਤੇ ਟੱਬਰ ਨੂੰ ਚਿੰਤਾ ਬਣ ਜਾਂਦੀ ਵੀ ਕਿਤੇ ਚਲਾ ਹੀ ਨਾ ਜਾਏ, ਪਹਿਲੋਂ ਵਸੀਅਤ ਲਿਖਾ ਲਓ, ਉਹ ਅਗਲਾ ਭਾਵੇਂ ਚੰਗਾ ਭਲਾ ਹੋ ਜੇ। ਸਾਹ ਚੱਲਦਿਆਂ ਤੱਕ ਵੀ ਸਾਥ ਨਹੀਂ। ਫਿਰ ਉਦੋਂ ਬਾਅਦ ਚ ਸਾਰੇ ਸਾਕ ਸੰਬੰਧੀ ਰਿਸ਼ਤੇਦਾਰ, ਧੀਆਂ ਪੁੱਤ ਸਾਰੇ, ਇੱਕ ਨਿੱਕੇ ਤੋਂ ਨਿੱਕੇ ਰਿਸ਼ਤੇਦਾਰ ਤੋਂ ਲੈ ਕੇ ਵੱਡੇ ਤੋਂ ਵੱਡਾ ਰਿਸ਼ਤੇਦਾਰ। ਕਿੰਨਾ ਚਿਰ? ਜਿੰਨਾ ਚਿਰ ਆ ਦੇਈ ਦਿਸਦੀ, ਜਿੱਥੇ ਅੱਗ ਲੱਗ ਗਈ ਉਥੋਂ ਹੀ ਵਾਪਸ। ਫਿਰ ਤੇ ਕੋਈ ਇਹ ਵੀ ਨਹੀਂ ਕਹਿੰਦਾ ਵੀ ਚੱਲ ਇੱਥੇ ਘੜੀ ਬਹਿ ਕੇ ਆਪਾਂ ਪੂਰਾ ਦੇਹੀ ਨੂੰ ਅੱਗ ਲੱਗਦਿਆਂ ਹੀ ਵੇਖ ਲਈਏ। ਉਧਰੋਂ ਅੱਗ ਭਾਂਬੜ ਰੂਪ ਵਜੋਂ ਮੱਚਣ ਲੱਗਦੀ ਤੇ ਉੱਠ ਕੇ ਸਾਰੇ ਤੁਰ ਪੈਂਦੇ। ਅਗਲੇ ਦਿਨ ਆ ਕੇ ਵੇਖਾਂਗੇ ਵੀ ਹੁਣ ਕੀ ਬਣਦਾ। ਜਦੋਂ ਅੰਗੀਠਾ ਸੰਭਾਲਣ ਆਉਣਾ ਫਿਰ ਵੇਖਾਂਗੇ। ਕਦੇ ਵੇਖਿਆ ਵੀ ਜਦੋਂ ਸਰੀਰ ਨੂੰ ਅੱਗ ਲਾਈ ਹੋਵੇ ਤੇ ਉਦੋਂ ਬਾਅਦ ਚ ਉਹਨਾਂ ਚਿਰ ਬੈਠਾ ਰਿਹਾ ਹੋਵੇ ਵੀ ਜਿੰਨਾ ਚਿਰ ਕੱਲ ਨੂੰ ਦੂਜੇ ਅੰਗੀਠਾ ਫਰੋਲਣ ਨਾ ਆ ਜਾਣ, ਅੰਗੀਠਾ ਲੈਣ ਨਾ ਆ ਜਾਣ? ਨਹੀਂ, ਸਾਰੇ ਉੱਠ ਕੇ ਤੁਰ ਪੈਂਦੇ, ਜਿੰਨਾ ਮਰਜ਼ੀ ਕੋਈ ਨੇੜਲਾ ਹੋਵੇ। ਤੇ ਤੀਜੇ ਸਾਡੇ ਕਰਮ, ਉਹ ਸਾਡੇ ਮਿੱਤਰ ਨੇ। ਸਾਥ ਤੇ ਉਹਨਾਂ ਹੀ ਦੇਣਾ ਨਾ, ਦੂਜਾ ਤੇ ਕੋਈ ਵੀ ਨਹੀਂ ਸਾਥ ਦੇਣ ਵਾਲਾ। ਪਰ ਅਸੀਂ ਤੀਜੇ ਮਿੱਤਰ ਵੱਲ ਧਿਆਨ ਨਹੀਂ ਦਿੱਤਾ। 2 ਮਿੱਤਰਾਂ ਨਾਲ ਹੀ ਬਹੁਤ ਲਗਾਵ ਰੱਖਿਆ। ਕੂੜਾ ਮੋਹ ਵੇਖਦੇ ਰਹੇ, ਜਿਹੜਾ ਸੱਚਾ ਸੀ ਉਹਦੇ ਵੱਲ ਸੋਚਿਆ ਹੀ ਨਹੀਂ। ਟੱਬਰ ਦੀ ਚਿੰਤਾ ਬਹੁਤ, ਰਿਸ਼ਤੇਦਾਰਾਂ ਦੀ ਚਿੰਤਾ ਬਹੁਤ, ਸਾਕ ਸੰਬੰਧੀਆਂ ਦੀ ਸਾਰੀ ਜ਼ਿੰਦਗੀ ਹੀ ਚਿੰਤਾ ਲੈਂਦਾ ਰਹਿ ਗਿਆ। ਮਾਇਆ ਕਰਕੇ ਤੇ ਪਤਾ ਹੀ ਨਹੀਂ ਕਿੰਨਿਆਂ ਨਾਲ ਵੈਰ ਕਮਾ ਲਏ, ਕਿੰਨਿਆਂ ਨਾਲ ਵਿਰੋਧ ਕਰਮਾਂ ਵੱਲ ਝਾਤ ਨਹੀਂ ਮਾਰੀ ਵੀ ਕੰਮ ਕਿੱਦਾਂ ਦੇ ਕਰ ਰਿਹਾ ਮੈਂ। ਮਾਇਆ ਜੋੜ ਲਾਂ, ਰਿਸ਼ਤੇਦਾਰ ਬਣਾ ਲਾਂ, ਸਾਕ ਸੰਬੰਧੀਆਂ ਨਾਲ ਬਣੀ ਰਵੇ, ਵਿਗੜ ਨਾ ਜਾਏ, ਬਸ ਆਹੀ ਕਰਦਾ ਰਹਿ ਗਿਆ। ਜਿਨ੍ਹਾਂ ਨੇ ਇਸੇ ਕਰਕੇ ਸਤਿਗੁਰੂ ਜੀ ਨੇ ਆਖਿਆ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਸਮਝ ਨਹੀਂ ਸਕਿਆ ਇਹ ਇਨਸਾਨ। ਤੇ ਬਾਬਾ ਜੀ ਅੱਜ ਆਖਦੇ, ਕਹਿੰਦੇ ਵਾਟ ਵਟਾਊ ਆਇਆ ਨਿਤ ਚੱਲਦਾ ਸਾਥ ਦੇਖ, ਆਪਣੇ ਨਾਲ ਦੇ ਸਾਥੀਆਂ ਨੂੰ ਚੱਲਦਿਆਂ ਹੋਇਆਂ ਵੇਖ ਤੇ ਖਿਆਲ ਰੱਖ, ਮੈਂ ਖੁਦ ਉਸੇ ਰਾਹੀਂ ਜਾਣਾ, ਉਸੇ ਰਸਤੇ ਜਾਣਾ ਤੇ ਉੱਥੇ ਹੀ ਜਾਣਾ ਜਿੱਥੇ ਮੈਂ ਸਾਥੀ ਛੱਡ ਕੇ ਆਇਆ। ਰਾਹ ਵੀ ਉਹੀ ਹੋਏਗਾ, ਥਾਂ ਵੀ ਉਹੀ ਹੋਏਗੀ, ਤਰੀਕਾ ਵੀ ਉਹੀ ਹੋਏਗਾ ਜਿੱਥੇ ਮੈਂ ਛੱਡ ਕੇ ਆਇਆ। ਜਿਵੇਂ ਮੈਂ ਛੱਡ ਕੇ ਆਇਆ ਉਵੇਂ ਮੈਨੂੰ ਵੀ ਛੱਡਣ ਵਾਲੇ ਆਉਣਗੇ, ਉਸੇ ਰਸਤੇ ਲੈ ਕੇ ਜਾਣਗੇ, ਉਹੀ ਤਰੀਕਾ ਵਰਤਣਗੇ।
ਮੈਨੂੰ ਵੀ ਛੱਡ ਕੇ ਮੁੜ ਆਉਣਗੇ। ਬਸ ਇਹ ਖਿਆਲ ਅਸੀਂ ਆਪਣੇ ਜ਼ਿੰਦਗੀਆਂ ਵਿੱਚ, ਆਪਣੇ ਜੀਵਨਾਂ ਵਿੱਚ ਰੱਖੀਏ। ਸਥਿਰਤਾ ਨਹੀਂ ਕਿਸੇ ਦੀ ਵੀ, ਕਿਉਂ ਨਾ ਜਿੰਨਾ ਚਿਰ ਜੀਵਨ ਹੈ, ਜ਼ਿੰਦਗੀ ਹੈ, ਉਹਨਾਂ ਚਿਰ ਭਲੇ ਕਰਮ ਕਰਦੇ ਆ ਅਸੀਂ, ਚੰਗੇ ਕਰਮ ਕਮਾਉਂਦਿਆਂ ਹੋਇਆਂ ਆਪਣੇ ਜੀਵਨਾਂ ਨੂੰ ਗੁਰੂ ਆਸ਼ੇ ਮੁਤਾਬਕ ਜਿਉਈਏ, ਤਾਂ ਜੋ ਜਿਸ ਦਿਨ ਸੰਸਾਰ ਤੋਂ ਜਾਈਏ ਉਸ ਦਿਨ ਫਖਰ ਹੋਵੇ ਸਾਨੂੰ ਕਿ ਅਸੀਂ ਇੱਜ਼ਤ ਔਰ ਮਾਣ ਨਾਲ ਚੱਲੇ ਆ ਤੇ ਉਸ ਸਾਹਿਬ ਦੇ ਦਰ ਤੇ ਸਾਨੂੰ ਪ੍ਰਵਾਨਗੀ ਮਿਲ ਜਾਵੇ। ਇਸ ਤਰੀਕੇ ਦੇ ਕਰਮ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਕਰੀਏ ਤਾਂ ਜੋ ਸਾਹਿਬ ਦੇ ਦਰ ਤੇ ਪ੍ਰਵਾਨ ਹੋ ਜਾਈਏ, ਕਬੂਲ ਪੈ ਜਾਈਏ ਤੇ ਸਾਹਿਬ ਅੱਗੇ ਅਰਜ਼ੋਈ ਕਰਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਮਤ ਹੋਈ, ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਾਹਿਬ ਜੀ ਦੇ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਨਾਮ ਸਲਾਹੀ ਰੰਗ ਸਿਓ, ਗੁਰ ਕੈ ਸ਼ਬਦ ਸੰਤੋਖ। ਜੋ ਦਿਸੈ ਸੋ ਚਲਸੀ, ਕੂੜਾ ਮੋਹ ਨਾ ਵੇਖ। ਵਾਟ ਵਟਾਊ ਆਇਆ, ਨਿਤ ਚਲਦਾ ਸਾਥ ਦੇਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।